ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡੌਤ ਬੰਦਨ ਅਨੇਕ ਬਾਰ, ਸਰਵ ਕਲਾ ਸਮਰੱਥ। ਡੋਲਨ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਈ ਬਹੋੜ ਬੱਦੀ ਛੋੜ, ਨਿਰੰਕਾਰ ਦੁਖਦਾਰੀ। ਕਰਮ ਨਾ ਜਾਣਾ ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ। ਨਾਮ ਪਰਿਓ ਭਗਤ ਗੋਵਿੰਦ ਕਾ, ਇਹ ਰਾਖੋ ਪੈਜ ਤੁਮਾਰੀ। ਹਰ ਜੀਉ ਨਿਮਾਣਿਆ ਤੂੰ ਮਾਣ, ਨਿਚੀਜਿਆਂ ਚੀਜ਼ ਕਰੈ ਮੇਰਾ ਗੋਵਿੰਦ। ਤੇਰੀ ਕੁਦਰਤ ਕੋ ਕੁਰਬਾਨ, ਜੈਸਾ ਬਾਲਕ ਭਾਏ ਸੁਭਾਈ। ਲੱਖ ਅਪਰਾਧ ਕਮਾਵੈ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ। ਬਹੁੜ ਪਿਤਾ ਗਲ ਲਾਵੈ, ਪਿਛਲੇ ਔਗਣ ਬਖਸ਼ ਲਏ ਪ੍ਰਭ। ਆਗੈ ਮਾਰਗ ਪਾਵੈ, ਹਰਿ ਅੰਤਰਜਾਮੀ ਸਭ ਵਿਦ ਜਾਣੈ। ਤਾਂ ਕਿਸ ਪਹਿ ਆਖ ਸੁਣਾਈਐ, ਕਹਿਣੈ ਕਥਨ ਨ ਭੀਜੈ ਗੋਬਿੰਦ। ਹਰ ਭਾਵੈ ਪੈਜ ਰਖਾਈਐ, ਅਵਰ ਓਟ ਮੈਂ ਸਗਲੀ ਦੇਖੀ। ਇਕ ਤੇਰੀ ਓਟ ਰਹਾਈਐ, ਹੋਏ ਦਇਆਲ ਕਿਰਪਾਲ ਪ੍ਰਭ ਠਾਕੁਰ। ਆਪੇ ਸੁਣੈ ਬੇਨੰਤੀ, ਪੂਰਾ ਸਤਿਗੁਰ ਮੇਲ ਮਿਲਾਵੈ। ਸਭ ਚੂਕੈ ਮਨ ਕੀ ਚਿੰਤੀ, ਹਰ ਹਰ ਨਾਮ ਔਖਦ ਮੁਖ ਪਾਇਆ। ਜਨ ਨਾਨਕ ਸੁਖ ਵਸੰਤੀ, ਪੰਜ ਪਿਆਲੇ ਪੰਜ ਪੀਰ। ਛੜਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ। ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ। ਰੂਪ ਦਿਖਾਵਨ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ। ਬੜ ਜੋਧਾ ਬਹੁ ਪਰਉਪਕਾਰੀ, ਪੁੱਛਨ ਸਿੱਖ ਅਰਦਾਸ ਕਰ। ਛੇ ਮਹਿਲਾਂ ਤੱਕ ਦਰਸ ਨਿਹਾਰੀ, ਅਗਮ ਅਗੋਚਰ ਸਤਿਗੁਰੂ। ਬੋਲੇ ਮੁਖ ਤੇ ਸੁਣੋ ਸੰਸਾਰੀ, ਕਲਯੁਗ ਪੀੜੀ ਸੋਢੀਆਂ। ਨੇਚਲ ਨੀਮ ਉਸਾਰ ਖਿਲਾਰੀ, ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਗਰੀਬ ਨਵਾਜ ਪਤਿਤ ਪਾਵਨ ਭਗਤ ਵਸ਼ਲ, ਕਿਰਪਾ ਦੇ ਖਜ਼ਾਨੇ। ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸਤਿਗੁਰੂ ਨਾਨਕ ਦੇਵ ਮਹਾਰਾਜ, ਉਹਨਾਂ ਦੇ 10 ਸਰੂਪਾਂ ਦੇ ਆਤਮਿਕ ਗਿਆਨ ਸਰੂਪ, ਆਤਮਿਕ ਜੋਤ ਸਰੂਪ। ਚਵਰ ਤਖਤ ਛਤਰ ਤੇ ਮਾਲਕ, ਗਿਆਨ ਦੇ ਸਮੁੰਦਰ। ਸਰਬ ਸਾਂਝੀ ਵਾਲਤਾ ਦੇ ਮੁਦਈ, ਸਮੁੱਚੇ ਸੰਸਾਰ ਦੇ ਰਹਿਬਰ ਰਹਿਨੁਮਾ। ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ। ਸਤਿਗੁਰੂ ਕਲਗੀਧਰ ਦਸ਼ਮੇਸ਼ ਪਿਤਾ ਮਹਾਰਾਜ ਵੱਲੋਂ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸੰਸਾਰ ਭਰ ਦੇ ਅੰਦਰ ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲੇਵਾ, ਸਿੱਖ ਸੇਵਕ ਸ਼ਰਧਾਲੂ ਖਾਲਸਾ ਪੰਥ ਵਸਦਾ ਹੈ, ਤਿੱਥੇ ਤਿੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਜਿਨ੍ਹਾਂ ਦਾ ਬੰਦੀ ਛੋੜ ਦਿਵਸ ਔਰ ਇਹ ਦੀਵਾਲੀ ਦਾ ਪੁਰਬ
ਸਤਿਗੁਰਾਂ ਦੀ ਹਜ਼ੂਰੀ ਅੰਦਰ ਮਨਾਇਆ ਜਾ ਰਿਹਾ ਹੈ। ਪਹਿਲਾਂ ਸਿੱਖ ਧਰਮ ਦੇ ਨਾਲ ਦੀਵਾਲੀ ਦਾ ਸੰਬੰਧ ਨਹੀਂ ਸੀ ਔਰ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੂੰ ਭਾਈ ਪਾਰੋ ਪਰਮਹੰਸ ਜੋ ਸੁਲਤਾਨਪੁਰ ਲੋਧੀ ਦੇ ਪਾਸ ਡੱਲਾ ਨਗਰ ਆ ਉੱਥੋਂ ਦੇ ਵਸਨੀਕ ਸਨ ਔਰ ਉਹਨਾਂ ਨੇ ਬੇਨਤੀ ਕੀਤੀ ਸੀ ਕਿ ਮਹਾਰਾਜ ਕੋਈ ਐਸਾ ਦਿਨ ਚੁਣ ਲਿਆ ਜਾਏ ਜਿਸ ਦਿਨ ਸਿੱਖ ਸੇਵਕ ਸਾਰੇ ਦੂਰੋਂ ਦੁਰਾਡਿਓਂ ਚੱਲ ਕੇ ਆਪ ਜੀ ਦੇ ਪਾਸ ਪੁੱਜਿਆ ਕਰਨ, ਸਿੱਖਾਂ ਦਾ ਭਰਾਤਰੀ ਭਾਵ ਆਪਸ ਵਿੱਚ ਬਣੇ। ਹੁਣ ਕਦੋਂ ਕੋਈ ਸਿੱਖ ਆਉਂਦਾ, ਕਦੇ ਕੋਈ ਸਿੱਖ ਆਉਂਦਾ, ਕਦੋਂ ਕੋਈ ਆਉਂਦਾ, ਆਪਸ ਵਿੱਚ ਮਿਲਾਪ ਨਹੀਂ ਹੁੰਦਾ। ਤਾਂ ਸਤਿਗੁਰੂ ਅਮਰਦਾਸ ਮਹਾਰਾਜ ਨੇ ਕਿਹਾ, ਭਾਈ ਪਾਰੋ ਜੀ ਬੜਾ ਪਰਉਪਕਾਰ ਵਾਲਾ ਬਚਨ ਤੁਸਾਂ ਕੀਤਾ, ਇਹ ਤੁਹਾਡੀ ਬੇਨਤੀ ਮਨਜ਼ੂਰ ਹੈ। ਤਾਂ ਸਤਿਗੁਰਾਂ ਨੇ ਵਸੋਏ ਦਾ ਦਿਨ, ਜਿਸ ਨੂੰ ਅਸੀਂ ਵਿਸਾਖੀ ਦਾ ਦਿਨ ਕਹਿੰਦੇ ਹਾਂ, ਇਹ ਦਿਨ ਪਹਿਲਾਂ ਨਿਯਤ ਕੀਤਾ ਗਿਆ। ਪਹਿਲਾ ਜੋੜ ਮੇਲਾ ਸ਼੍ਰੀ ਗੋਇੰਦਵਾਲ ਸਾਹਿਬ ਸਿੱਖ ਸੰਗਤਾਂ ਦਾ ਸ਼ੁਰੂ ਹੋਇਆ ਔਰ ਉਸ ਤੋਂ ਬਾਅਦ ਅੰਮ੍ਰਿਤਸਰ ਸਾਹਿਬ ਵਿਸਾਖੀ ਦਾ ਜੋੜ ਮੇਲਾ ਭਰਦਾ ਰਿਹਾ ਔਰ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾ ਹੋਏ ਨੇ, ਉਦੋਂ ਬਾਬਾ ਬੁੱਢਾ ਜੀ ਦੀ ਅਗਵਾਈ ਵਿੱਚ ਅੰਮ੍ਰਿਤਸਰ ਸਾਹਿਬ ਦੀਵਾਲੀ ਦਾ ਜੋੜ ਮੇਲਾ ਸ਼ੁਰੂ ਹੋਇਆ ਔਰ ਫਿਰ ਸਤਿਗੁਰਾਂ ਦੇ ਹੁਕਮਨਾਮੇ ਸਾਹਿਬ ਵੀ ਮੌਜੂਦ ਨੇ ਜੋ ਸਿੱਖ ਸੰਗਤਾਂ ਕੋਲ ਪਹੁੰਚਦੇ ਰਹੇ ਕਿ ਸੰਗਤ ਨੇ ਦੀਵਾਲੀ ਦੇ ਪੁਰਬ 'ਤੇ ਪੁੱਜਣਾ ਜਾਂ ਵਿਸਾਖੀ ਦੇ ਪੁਰਬ 'ਤੇ ਸਾਰੀਆਂ ਸੰਗਤਾਂ ਨੇ ਪੁੱਜਣਾ ਹੈ। ਇਤਿਆਦਿਕ ਗਾਹੇ ਬਗਾਹੇ ਵੀ ਗੁਰਸਿੱਖ ਪਿਆਰੇ ਦੂਰੋਂ ਨੇੜੇ ਚੱਲ ਕੇ ਸਤਿਗੁਰਾਂ ਦੇ ਚਰਨਾਂ 'ਚ ਪੁੱਜਦੇ ਰਹੇ ਨੇ। ਪਰ ਇਹ ਦੀਵਾਲੀ ਅਤੇ ਵਿਸਾਖੀ ਦੇ ਦੋ ਜੋੜ ਮੇਲੇ ਖਾਸ ਕਰਕੇ ਗੁਰੂ ਘਰ ਵਿੱਚ ਇਹ ਪ੍ਰਚਲਿਤ ਹੋਏ ਤੇ ਇਕੱਤਰਤਾ ਹੋਣੀ ਸ਼ੁਰੂ ਹੋਈ। ਗੁਰੂ ਕੇ ਪਿਆਰਿਓ, ਕਾਰਨ ਕੀ ਬਣਿਆ ਕਿ ਛੇਵੇਂ ਪਾਤਸ਼ਾਹ ਗਵਾਲੀਅਰ ਦੇ ਕਿਲ੍ਹੇ ਵਿੱਚ ਗਏ? ਉਹਦੇ ਕਾਰਨ ਇਹ ਬਣੇ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਤਾਈ ਚੰਦੂ ਨੇ ਗ੍ਰਿਫਤਾਰ ਕਰਵਾਇਆ। ਵੈਸੇ ਇਹ ਇੱਕ ਵੱਖਰਾ ਵਿਸ਼ਾ ਸਬਜੈਕਟ, ਕਾਫੀ ਸਮਾਂ ਇਸ ਨੂੰ ਲੱਗਦਾ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਕਿਉਂ ਹੋਈ। ਉਹਦੇ ਵਿੱਚ ਨਕਸ਼ਬੰਦੀ ਜਮਾਤ ਦਾ ਵੀ ਬਹੁਤ ਵੱਡਾ ਰੋਲ ਹੈ। ਸਤਿਗੁਰਾਂ ਦੇ ਵੱਡੇ ਭਰਾਤਾ ਬਾਬਾ ਪਿਰਥੀ ਚੰਦ ਦਾ ਵੀ ਸਤਿਗੁਰਾਂ ਨੂੰ ਸ਼ਹੀਦ ਕਰਾਉਣ ਵਿੱਚ ਰੋਲ ਹੈ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ, ਧੁਰ ਕੀ ਬਾਣੀ ਨੂੰ ਰਲੇ ਤੋਂ ਬਿਨਾਂ ਰੱਖਣ ਵਿੱਚ ਸਤਿਗੁਰੂ ਮਹਾਰਾਜ ਨੇ ਇਸ ਖਾਤਰ ਵੀ ਸ਼ਹਾਦਤ ਦਿੱਤੀ ਆ। ਇਹ ਕਈ ਕਾਰਨ ਬਣੇ। ਚੰਦੂ ਜਿਸ ਦੀ ਪੁੱਤਰੀ ਦਾ ਨਾਤਾ ਉਹਦੇ ਭੇਜੇ ਹੋਏ ਆਦਮੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾਲ ਕਰ ਗਏ ਸਨ, ਤਾਂ ਉਸ ਤਾਈਂ ਜਦੋਂ ਦੱਸਿਆ ਗਿਆ ਜਾ ਕੇ ਤਾਂ ਉਹਨੇ ਆਪਣੀ ਜਿਹੜੀ ਉਹਦੇ ਕੋਲ ਵਜ਼ੀਰੀ ਸੀ, ਦੀਵਾਨ ਸੀ ਉਹ ਬਾਦਸ਼ਾਹ ਜਹਾਂਗੀਰ ਦਾ, ਉਸ ਦੀਵਾਨੀ ਦਾ ਹੰਕਾਰ ਉਸਨੇ ਕਰਦਿਆਂ ਹੋਇਆਂ ਕਹਿ ਦਿੱਤਾ ਕਿ ਚਬਾਰੇ ਦੀ ਇੱਟ ਤੁਸੀਂ ਮੋਰੀ ਨਾਲ ਜੋੜ ਆਏ। ਔਰ ਦਿੱਲੀ ਦੀਆਂ ਸਿੱਖ ਸੰਗਤਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਤਾਂ ਸੰਗਤਾਂ ਨੇ ਕੁਝ ਪ੍ਰੇਮੀਆਂ ਦੇ ਹੱਥ ਇੱਕ ਚਿੱਠੀ ਲਿਖ ਕੇ ਗੁਰੂ ਅਰਜਨ ਦੇਵ ਮਹਾਰਾਜ ਪਾਸ ਭੇਜੀ ਸੀ ਕਿ ਚੰਦੂ ਨੇ ਇੰਜ ਹੰਕਾਰ ਵਾਲੀ ਗੱਲ ਕਹੀ ਹੈ, ਗੁਰੂ ਘਰ ਨੂੰ ਮੋਰੀ ਤੇ ਆਪਣੇ ਆਪ ਨੂੰ ਚਬਾਰਾ ਦੱਸਿਆ। ਸਾਡੀ ਸੰਗਤਾਂ ਦੀ ਬੇਨਤੀ ਹੈ ਕਿ ਆਪ ਜੀ ਚੰਦੂ ਦੀ ਬੇਟੀ ਦਾ ਨਾਤਾ ਮੋੜ ਦਿਓ, ਨਾ ਮਨਜ਼ੂਰ ਕਰ ਦਿਓ। ਔਰ ਸਤਿਗੁਰੂ ਅਰਜਨ ਦੇਵ ਮਹਾਰਾਜ ਨੇ ਸਿੱਖ ਸੰਗਤਾਂ ਦਾ ਸਤਿਕਾਰ ਕਾਇਮ ਰੱਖਦਿਆਂ ਹੋਇਆਂ ਤੇ ਗੁਰੂ ਨਾਨਕ ਸਾਹਿਬ ਦੇ ਘਰ ਦੀ ਜਿਹੜੀ ਅਜ਼ਮਤ ਹੈ, ਮਹਾਨਤਾ ਹੈ, ਵਡਿਆਈ, ਉਸ ਨੂੰ ਕਾਇਮ ਰੱਖਦਿਆਂ, ਕਿਉਂਕਿ ਚੰਦੂ ਨੇ ਦੁਨਿਆਵੀ ਅਹੁਦੇ ਦਾ ਤੇ ਮਾਇਆ ਦਾ ਮਾਣ ਕੀਤਾ ਸੀ, ਇਸ ਕਰਕੇ ਸਤਿਗੁਰਾਂ ਨੇ ਉਹਦੇ ਰਿਸ਼ਤੇ ਨੂੰ ਠੁਕਰਾ ਦਿੱਤਾ। ਤੇ ਪੁਰਾਣੇ ਸਮਿਆਂ ਵਿੱਚ ਜਿਸ ਦੀ ਲੜਕੀ ਦਾ ਰਿਸ਼ਤਾ ਹਟ ਜਾਏ, ਰੋਕ ਦਿੱਤਾ ਜਾਏ, ਠੁਕਰਾ ਦਿੱਤਾ ਜਾਏ ਤੇ ਦੁਬਾਰਾ ਥੋੜ੍ਹੀ ਕੀਤਿਆਂ ਉਹਦਾ ਰਿਸ਼ਤਾ ਨਹੀਂ ਸੀ ਕਿਤੇ ਹੁੰਦਾ। ਇਸ ਖਿਆਲ ਨਾਲ ਫਿਰ ਜਦੋਂ ਸਤਿਗੁਰਾਂ ਦਾ ਸੁਨੇਹਾ ਪਹੁੰਚਿਆ ਚੰਦੂ ਨੂੰ ਤਾਂ ਉਹ ਅੱਗ ਬਗੋਲਾ ਹੋ ਗਿਆ ਵੀ ਮੇਰੀ ਤੋਹੀਨ ਕੀਤੀ ਆ ਗੁਰੂ ਕਿਆਂ ਨੇ। ਤਾਂ ਫਿਰ ਉਹ ਵੀ ਤੱਤਾ ਹੋ ਗਿਆ ਤੇ ਮੈਂ ਗੁਰੂ ਅਰਜਨ ਦੇਵ ਜੀ ਤੋਂ ਬਦਲਾ ਲਵਾਂਗਾ। ਇਤਿਆਦਿਕ ਬਾਦਸ਼ਾਹ ਦੇ ਕੰਨ ਭਰੇ, ਭਾਵੇਂ ਕਿ ਤੌਜ਼ਕ-ਏ ਜਹਾਂਗੀਰੀ ਨਾਂ ਦੀ ਕਿਤਾਬ ਵਿੱਚ ਜਹਾਂਗੀਰ ਦੀ ਆਪਣੀ ਲਿਖਤ ਹੈ ਕਿ 2-3 ਪੀੜ੍ਹੀਆਂ ਤੋਂ ਦਰਿਆਏ ਬਿਆਸ ਦੇ ਕੰਢੇ ਤੇ ਇਹ ਕੂੜ ਝੂਠ ਦੀ ਦੁਕਾਨ ਚੱਲ ਰਹੀ ਸੀ, ਜਿਸ ਦੇ ਪ੍ਰਚਾਰ ਕਰਕੇ ਜਿਹੜੇ ਹਿੰਦੂ ਸਨ ਉਹ ਤਾਂ ਸਿੱਖ ਬਣ ਹੀ ਰਹੇ ਸੀ, ਕੁਝ ਭੋਲੇ ਭਾਲੇ ਜਾਂ ਭਰਮੇ ਭਟਕੇ ਮੁਸਲਮਾਨ ਵੀ ਉਹਨਾਂ ਦੇ ਸਿੱਖ ਬਣ ਰਹੇ ਸੀ।
ਤੇ ਮੈਂ ਇਸ ਦੁਕਾਨ ਨੂੰ ਬੰਦ ਕਰਨਾ ਚਾਹੁੰਦਾ ਸੀ। ਇਹ ਲਿਖਤ ਬਾਅਦ ਵਿੱਚ ਪ੍ਰਗਟ ਹੋਈ ਹੈ ਕਿ ਉਸ ਜਹਾਂਗੀਰ ਬਾਦਸ਼ਾਹ ਦੀ ਆਪਣੀ ਇਹ ਲਿਖਤ ਹੈ, ਤੁਜ਼ ਕੇ ਜਹਾਂਗੀਰੀ ਉਹਦਾ ਨਾਮ। ਖੈਰ ਮੁੱਕਦੀ ਗੱਲ ਕਿ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਹੋਏ ਤਾਂ ਸਤਿਗੁਰੂ ਜੀ 1606 ਨੂੰ ਮਈ ਦੇ ਮਹੀਨੇ ਹਜ਼ੂਰ ਅੰਮ੍ਰਿਤਸਰ ਸਾਹਿਬ ਤੋਂ ਲਾਹੌਰ ਵੱਲ ਨੂੰ ਰਵਾਨਾ ਹੋਏ। 5 ਸਿੱਖ ਸਤਿਗੁਰੂ ਜੀ ਨਾਲ ਲੈ ਕੇ ਗਏ ਨੇ। ਭਾਈ ਪੈੜਾ, ਭਾਈ ਲੰਗਾਹ, ਭਾਈ ਬਿਧੀ ਚੰਦ ਆਦਿਕ, ਭਾਈ ਜੇਠਾ, ਭਾਈ ਪੁਰਾਣਾ ਜੀ 5 ਸਿੱਖ ਸਤਿਗੁਰਾਂ ਦੇ ਨਾਲ ਗਏ ਸਨ ਔਰ ਹਜ਼ੂਰ ਨੂੰ ਚੰਦੂ ਦੀ ਹਵੇਲੀ ਵਿੱਚ ਰੱਖਿਆ ਗਿਆ ਔਰ ਚੰਦੂ ਦੀ ਨਿਗਰਾਨੀ ਵਿੱਚ ਔਰ ਲਾਹੌਰ ਦਾ ਜਿਹੜਾ ਸੂਬੇਦਾਰ ਸੀ ਮੁਰਤਜ਼ਾ ਖਾਨ, ਉਸ ਦੀ ਆਗਿਆ ਨਾਲ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਤੇ ਤਸ਼ੱਦਦ ਹੋਇਆ। ਤਤੀ ਤਵੀ ਤੇ ਬਿਠਾਇਆ ਗਿਆ, ਤਸੀਹੇ ਦਿੱਤੇ ਗਏ ਕਿ ਕਿਸ ਤਰ੍ਹਾਂ ਝੁਕ ਜਾਣ। ਪਰ ਸ੍ਰੀ ਗੁਰੂ ਅਰਜਨ ਦੇਵ ਜੀ ਉਹਨਾਂ ਨੇ ਸਾਨੂੰ ਸਬਕ ਪੜ੍ਹਾਉਣਾ ਸੀ, ਕਿਉਂਕਿ ਮੁਖ ਤੋਂ ਬੋਲੇ ਹੋਏ ਬਚਨਾਂ ਦੇ ਨਾਲ ਨਹੀਂ ਸੰਸਾਰ ਦਾ ਭਲਾ ਹੁੰਦਾ। ਅਸਲ ਵਿੱਚ ਅੰਦਰਲੀ ਅਵਸਥਾ ਕਰਕੇ ਹੀ ਭਲਾ ਹੁੰਦਾ। ਜਿਸ ਦੇ ਕੋਲ ਕੁਝ ਹੋਵੇ ਔਰ ਉਹਦੀ ਕਰਨੀ ਮਹਾਨ ਹੋਵੇ ਤੇ ਫਿਰ ਉਹਦੇ ਦੁਆਰਾ ਹੀ ਪੂਰਨੇ ਪੈਂਦੇ ਨੇ। ਸਤਿਗੁਰੂ ਅਰਜਨ ਦੇਵ ਜੀ ਨੂੰ ਤਾਂ ਹੀ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈ। ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ, ਧੁਰ ਕੀ ਬਾਣੀ ਨੂੰ ਰਲੇ ਤੋਂ ਬਿਨਾਂ ਰੱਖਣ ਲਈ ਔਰ ਕਿਸੇ ਦੀ ਅਧੀਨਗੀ ਪ੍ਰਵਾਨ ਨਾ ਕਰਦਿਆਂ ਹੋਇਆਂ ਜੋ ਲਾਹੌਰ ਵਿਖੇ ਸ਼ਹਾਦਤ ਦਿੱਤੀ ਔਰ ਤੁਰਨ ਲੱਗਿਆ, ਅੰਮ੍ਰਿਤਸਰ ਸਾਹਿਬ ਤੋਂ ਤੁਰਨ ਲੱਗਿਆ ਬਚਨ ਕਰ ਗਏ ਸੀ ਕਿ ਬੇਟਾ ਜੀ, ਅਸੀਂ ਜ਼ੁਲਮ ਦਾ ਟਾਕਰਾ ਸਬਰ ਦੁਆਰਾ ਕਰਾਂਗੇ, ਜ਼ਬਰ ਦਾ ਟਾਕਰਾ ਸਬਰ ਦੁਆਰਾ, ਔਰ ਸਾਡੀ ਸ਼ਹਾਦਤ ਹੋਵੇਗੀ, ਸਾਡਾ ਲੱਗੇਗਾ ਸੀਸ, ਇਹ ਨਿਸ਼ਚਾ ਹੈ ਆਇਆ। ਇਹ ਪੁਰਾਤਨ ਸਮੇਂ ਦੇ ਗ੍ਰੰਥਾਂ ਦੇ ਵਚਨ ਨੇ। ਅਸੀਂ ਹੁਣ ਵਾਪਸ ਨਹੀਂ ਆਵਾਂਗੇ, ਸਾਡੀ ਸ਼ਹਾਦਤ ਹੋਏਗੀ ਔਰ ਤੁਸੀਂ ਹੁਣ ਇਸ ਜ਼ਬਰ ਦਾ ਟਾਕਰਾ ਸ਼ਸਤਰਧਾਰੀ ਹੋ ਕੇ ਕਰਨਾ ਹੈ। ਔਰ ਮੇਰੀ ਸਦਾ ਕੋ ਦਵਾਨਾ ਤੋਂ ਮੁਮਕਿਨ ਹੈ, ਮੇਰੇ ਹਰ ਗੋਬਿੰਦ ਕੀ ਤਲਵਾਰ ਕੌਣ ਰੋਕੇਗਾ। ਇਹ ਬਚਨ ਲਿਖਾਰੀਆਂ ਲਿਖੇ ਨੇ। ਔਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਜਦੋਂ ਸਮਾਂ ਸੀ ਕਿ ਗੁਰਗੱਦੀ ਦਾ ਤਿਲਕ ਲੱਗਣਾ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ, ਅਜੇ 11 ਵਰ੍ਹਿਆਂ ਦੀ ਉਮਰ ਨਹੀਂ ਸੀ ਹੋਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ। ਔਰ ਜਿਸ ਵੇਲੇ ਸਹਿਜ ਪਾਠ ਦਾ ਭੋਗ ਬਾਬਾ ਬੁੱਢਾ ਜੀ ਤੋਂ ਪਵਾਇਆ ਗੁਰੂ ਅਰਜਨ ਦੇਵ ਜੀ ਦੇ ਨਿਮਿਤ, 5 ਘੋੜੇ, 1 ਹਾਥੀ, 500 ਸੋਨੇ ਦੀ ਮੋਹਰ ਤੇ ਬਹੁਤ ਮਹਿੰਗਾ ਪੁਸ਼ਾਕਾ ਬਾਬਾ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਭੇਟਾ ਕੀਤਾ ਭੋਗ ਸਮੇਂ। ਤੇ ਆਪ ਸਾਰਾ ਪਾਠ ਬੈਠ ਕੇ ਸੁਣਦੇ ਰਹੇ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ। ਭੋਗ ਪਿਆ, ਇਹ ਉਸ ਵੇਲੇ ਦੀਵਾਨ ਸਜਿਆ ਤਾਂ ਉਸ ਵੇਲੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਫਿਰ ਗੁਰਗੱਦੀ ਦਾ ਤਿਲਕ ਦੇਣ ਲੱਗੇ ਬਾਬਾ ਬੁੱਢਾ ਜੀ, ਕਿਉਂਕਿ ਬਾਬਾ ਜੀ ਨੂੰ ਇਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਗੁਰੂ ਨਾਨਕ ਦੇਵ ਮਹਾਰਾਜ ਦੇ ਸਮੇਂ ਤੋਂ ਵਰ ਪ੍ਰਾਪਤ ਸੀ ਕਿ ਬੁੱਢਿਆ ਤੇਥੋਂ ਕਦੇ ਓਲੇ ਨਾ ਹੋਸਾਂ। ਤੇ ਵਡਿਆਈ ਇਹਨਾਂ ਨੂੰ ਦਿੱਤੀ ਗਈ ਸੀ ਕਿ ਗੁਰੂ ਸਾਹਿਬ ਜੀ ਨੂੰ ਤਿਲਕ ਦੀ ਸੇਵਾ ਬਾਬਾ ਬੁੱਢਾ ਜੀ ਨਿਭਾਇਆ ਕਰਦੇ ਸੀ, ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਹੁਣ ਤੱਕ। ਔਰ ਉਸ ਵੇਲੇ ਬਾਬਾ ਬੁੱਢਾ ਜੀ ਜਿਸ ਵੇਲੇ ਆਪ ਜੀ ਨੂੰ ਗੁਰਗੱਦੀ ਦਾ ਤਿਲਕ ਦੇਣ ਲੱਗੇ ਤਾਂ ਮੰਜੀ, ਸੇਲੀ, ਟੋਪੀ, ਮਾਲਾ ਆਦਿ ਪਹਿਨਾਉਣੀਆਂ ਸਨ, ਤਿਲਕ ਲਾਉਣਾ ਸੀ। ਇਹ ਰਵੀਤ ਸੀ, ਰਵਾਇਤ ਸੀ ਸੰਸਾਰ ਦੇ ਅੰਦਰ। ਉਸ ਵੇਲੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ, ਬਾਬਾ ਜੀ ਮੰਜੀ ਸ੍ਰੀ ਗ੍ਰੰਥ ਸਾਹਿਬ ਵਾਸਤੇ ਔਰ ਸਾਡੇ ਲਈ ਦੋਹਰਾ ਦਸਤਾਰਾ ਦਮਾਲਾ, ਜਿਗਾ ਕਲਗੀ ਔਰ 2 ਤਲਵਾਰਾਂ ਮੀਰੀ ਪੀਰੀ ਦੀਆਂ ਧਾਰਨ ਕਰਾਓ। ਔਰ ਜਿਹੜਾ ਵਿਦਵਾਨਾਂ ਨੇ ਕਈਆਂ ਲਿਖ ਦਿੱਤਾ ਵੀ ਪ੍ਰਚਲਿਤ ਕਰ ਦਿੱਤੀ ਗੱਲ ਵੀ ਭੁਲੇਖੇ ਨਾਲ ਬਾਬਾ ਜੀ ਕੋਲੋਂ ਸੱਜੇ ਪਾਸੇ ਨੂੰ ਤਲਵਾਰ ਪਹਿਨਾਈ ਗਈ ਤੇ ਫਿਰ ਸਿੱਖਾਂ ਦੇ ਕਹਿਣ ਤੇ ਫਿਰ ਖੱਬੇ ਪਾਸੇ ਨੂੰ ਦੂਜੀ ਤਲਵਾਰ ਪਹਿਨਾ ਦਿੱਤੀ ਗਈ। ਇੰਜ ਨਹੀਂ ਹੋਇਆ। ਇਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਬਾਬਾ ਬੁੱਢਾ ਜੀ ਹੀ ਅੰਤਰਾਤਮੇ ਦੋਨੋਂ ਜਾਣਦੇ ਸਨ। ਉਹ ਵੀ ਬ੍ਰਹਮ ਗਿਆਨੀ ਸਨ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੀ ਜਾਣਦੇ ਨੇ ਕਿ ਸਾਡੀ ਡਿਊਟੀ ਕੀ ਹੈ, ਅਕਾਲ ਪੁਰਖ ਵੱਲੋਂ ਕੰਮ ਕਿਹੜੇ ਕਰਨਾ। ਇਸ ਕਰਕੇ ਹਜ਼ੂਰ ਕਹਿਣ ਲੱਗੇ, ਸੇਲੀ ਟੋਪੀ ਸਾਧਾਂ ਨੂੰ, ਮੰਜੀ ਸ੍ਰੀ ਗ੍ਰੰਥ ਸਾਹਿਬ ਜੀ ਨੂੰ ਅਸੀਂ ਹੁਣ ਤਲਵਾਰਾਂ ਧਾਰਨ ਕਰਾਂਗੇ। ਤਾਂ ਸਤਿਗੁਰਾਂ ਨੇ ਤਲਵਾਰਾਂ ਧਾਰਨ ਕੀਤੀਆਂ। ਫਿਰ ਅਕਾਲ ਬੁੰਗਾ ਰਚਿਆ, ਕਿਉਂਕਿ ਹਕੂਮਤ ਦਾ ਚੈਲੰਜ ਸੀ ਕਿ ਕੋਈ ਗੈਰ ਮੁਸਲਮਾਨ ਭਾਵ ਜੋ ਨਹੀਂ ਮੁਸਲਮਾਨਾਂ ਤੋਂ ਅਲੱਗਾ ਜੋ ਵੀ ਧਰਮ ਦਾ ਕਿਸੇ ਦਾ ਵੀ ਬੰਦਾ, ਉਹ 5 ਫੁੱਟ ਤੋਂ ਉੱਚੇ ਕਿਸੇ ਥੜੇ ਤੇ ਨਹੀਂ ਬੈਠ ਸਕਦਾ, ਉਹ ਸ਼ਸਤਰ ਨਹੀਂ ਰੱਖ ਸਕਦਾ ਹਕੂਮਤ ਦੀ ਆਗਿਆ ਤੋਂ ਬਿਨਾਂ।
ਉਹ ਘੋੜ ਸਵਾਰੀ ਨਹੀਂ ਕਰ ਸਕਦਾ, ਕੋਈ ਫੌਜ ਨਹੀਂ ਬਣਾ ਸਕਦਾ, ਉੱਚਾ ਦਸਤਾਰਾ ਦਮਾਲਾ ਨਹੀਂ, ਕਲਗੀ ਜਿਗਾ ਨਹੀਂ ਬਣ ਸਕਦਾ ਦਸਤਾਰ ਤੇ। ਇਤਿਹਾਦਿਕ ਹਕੂਮਤ ਦੇ ਚੈਲੰਜ ਸਨ, ਤਾਂ ਸਤਿਗੁਰਾਂ ਨੇ ਉਹ ਸਾਰੇ ਚੈਲੰਜ ਪ੍ਰਵਾਨ ਕੀਤੇ ਔਰ ਆਪ ਜੀ ਨੇ 7 ਫੁੱਟ ਉੱਚਾ ਅਕਾਲ ਬੁੰਗਾ, ਜਿਸ ਨੂੰ ਅੱਜ ਕੱਲ੍ਹ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਕਹਿੰਦੇ ਹਾਂ, ਔਰ ਇਹਦੀਆਂ ਇੱਟਾਂ 2 ਬ੍ਰਹਮ ਗਿਆਨੀਆਂ ਕੋਲੋਂ ਲਵਾਈਆਂ ਨੇ। ਕਿਸੂ ਰਾਜ ਨ ਹੱਥ ਲਗਾਇਓ, ਬੁੱਢਾ ਉਹ ਗੁਰਦਾਸ ਬਣਾਇਓ। ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਦੇ ਹੱਥਾਂ ਦੀਆਂ ਇੱਟਾਂ ਲੱਗੀਆਂ ਹਨ। ਅੱਜ ਵੀ ਸ਼੍ਰੀ ਅਕਾਲ ਤਖਤ ਸਾਹਿਬ ਜਾਓ, ਜਿੱਥੇ ਥੱਲੇ ਖਲੋ ਕੇ ਅਸੀਂ ਨਤਮਸਤਕ ਹੁੰਦੇ ਹਾਂ, ਸਾਹਮਣੇ ਇੱਟਾਂ ਲੱਗੀਆਂ ਦਿਸਦੀਆਂ। ਉਦੋਂ ਅਕਾਲ ਤਖਤ ਸਾਹਿਬ ਦੀ ਬਿਲਡਿੰਗ ਅੱਜ ਵਰਗੀ ਨਹੀਂ ਸੀ, ਪਹਿਲਾਂ ਥੜਾ ਹੀ ਬਣਾਇਆ ਸੀ ਸਤਿਗੁਰਾਂ ਨੇ ਤਖਤ। ਇਹ ਅਕਾਲ ਦੇ ਨਾਂ ਦਾ ਤਖਤ ਰਚਿਆ ਔਰ ਉਸ ਤਖਤ ਤੇ ਬੈਠ ਕੇ ਦੀਵਾਨ ਸਜਾਇਆ ਕਰਦੇ ਸੀ ਸ਼ਾਮਾਂ ਨੂੰ। ਅੰਮ੍ਰਿਤ ਵੇਲੇ ਦੇ ਦੌਰਾਨ ਹਰਿਮੰਦਰ ਸਾਹਿਬ ਆਸਾ ਦੀ ਵਾਰ ਦਾ ਕੀਰਤਨ ਕਥਾ, ਔਰ ਫਿਰ ਸ਼ਾਮਾਂ ਨੂੰ ਇੱਥੇ ਸਤਿਗੁਰੂ ਜੀ 20 ਰੱਸੀ ਵਾਰਾਂ ਗਵਾਇਆ ਕਰਦੇ ਸੀ ਅਕਾਲ ਤਖਤ ਸਾਹਿਬ। ਅੱਜ ਵੀ ਉਹ ਰਵਾਇਤ ਚਾਲੂ ਆ। ਤੇ ਉਸ ਵੇਲੇ ਦੇ ਮਸ਼ਹੂਰ ਢਾਡੀ ਸਨ ਨਥਮਲ ਤੇ ਅਬਦੁਲ ਖਾਨ, ਔਰ ਇਹ ਦੋਨੋਂ ਸੁਰ ਸਿੰਘ ਪਿੰਡ ਦੇ ਰਹਿਣ ਵਾਲੇ ਸੀ। ਸੁਰ ਸਿੰਘ ਪਿੰਡ ਉੱਥੇ ਭੇਜ ਕੇ ਸਿੱਖਾਂ ਨੂੰ ਹਾਥੀ ਤੇ ਚੜ੍ਹਾ ਕੇ ਇਹਨਾਂ ਦੋਨਾਂ ਨੂੰ ਅੰਮ੍ਰਿਤਸਰ ਸਾਹਿਬ ਲਿਆਂਦਾ ਗਿਆ। ਇਹਨਾਂ ਨੇ ਫਿਰ ਸਤਿਗੁਰਾਂ ਦੀ ਉਪਮਾ ਵਿੱਚ ਵਾਰ ਬਣਾਈ ਸੀ, 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਫਕੀਰੀ ਦੀ, ਨਾਲ ਸਿਪਾਹੀ ਨੀਲ ਨਲ ਮਾਰ ਕੱਢੇ ਤਾਗੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਇਤਿਹਾਦਿਕ ਇਹਨਾਂ ਨੇ ਇਹ ਵਾਰ ਬਣਾ ਕੇ ਸ਼ਾਮਾਂ ਦੇ ਵਕਤ ਸਤਿਗੁਰਾਂ ਨੂੰ ਸੁਣਾਈ ਸੀ। ਸਤਿਗੁਰੂ ਮਹਾਰਾਜ ਇਹਨਾਂ ਢਾਡੀ ਸਿੱਖਾਂ ਨੂੰ ਬੜਾ ਨਵਾਜਿਆ ਕਰਦੇ ਸਨ, ਬੇਅੰਤ ਮਾਇਆ ਦਿਆ ਕਰਦੇ ਸੀ। ਇੰਨਾ ਸਤਿਕਾਰ ਪਹਿਲੇ ਦਿਨ ਕੀਤਾ ਸੀ ਕਿ ਹਾਥੀ ਤੇ ਬਿਠਾ ਕੇ ਮੰਗਵਾਇਆ ਸੀ ਸੁਰ ਸਿੰਘ ਪਿੰਡ ਤੋਂ। ਇਉਂ ਸਿੱਖਾਂ ਦੇ ਅੰਦਰ ਵੀਰ ਰਸ ਭਰਨਾ ਸ਼ੁਰੂ ਕੀਤਾ ਤੇ ਇਸ ਤਖਤ ਤੇ ਬੈਠ ਕੇ ਇੱਕ ਫਰਮਾਨ ਜਾਰੀ ਕੀਤਾ ਸਿੱਖ ਕੌਮ ਦੇ ਨਾਮ ਕਿ ਸਿੱਖੋ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਹੋਈ ਆ, ਤੇ ਉਸ ਸ਼ਹਾਦਤ ਤੋਂ ਆਮ ਸੰਸਾਰੀ ਦੁਨੀਆ ਦੇ ਦਾਰ ਲੋਕਾਂ ਵਾਂਗ ਤੁਸਾਂ ਸਿੱਖਾਂ ਨੇ ਰੋਸ ਵਜੋਂ ਅੰਦਰ ਵੜ ਕੇ ਰੋਣਾ ਨਹੀਂ। ਅੰਦਰ ਵੜ ਕੇ ਰੋਣਾ ਬੁਜ਼ਦਿਲੀ ਹੈ, ਕਾਇਰਤਾ ਹੈ, ਡਰਪੋਕਪੁਣਾ ਹੈ, ਹਿਜੜਾਪੁਣਾ ਹੈ। ਹੁਣ ਸਤਿਗੁਰਾਂ ਦੀ ਸ਼ਹਾਦਤ ਤੋਂ ਬਾਅਦ ਵੀਰ ਰਸ ਨੇ ਜਨਮ ਲਿਆ ਹੈ। ਇੱਥੋਂ ਵੀਰ ਰਸ ਤੁਹਾਡੇ ਅੰਦਰ ਪੈਦਾ ਹੋਣਾ ਚਾਹੀਦਾ ਹੈ। ਇਹ ਜੋ ਕੁਝ ਕਾਰਾ ਹਕੂਮਤ ਨੇ ਕੀਤਾ ਹੈ, ਹਕੂਮਤ ਦੀਆਂ ਜੜ੍ਹਾਂ ਪੱਟ ਕੇ ਰੱਖਣ ਦਾ ਅੰਦਰ ਜਜ਼ਬਾ ਚਾਹੀਦਾ, ਮਨ 'ਚ ਖਿਆਲ ਚਾਹੀਦਾ ਕਿ ਹੁਣ ਜ਼ੁਲਮ ਦੀ ਇੰਤਹਾ ਹੋਈ ਹੈ। ਇਹੀ ਗੱਲ ਦਸਮ ਪਾਤਸ਼ਾਹ ਨੇ 10ਵੇਂ ਜਾਮੇ 'ਚ ਕਹੀ, ਚੂੰਕਾਰ ਅਜ਼ ਹਮਾ ਹੀਲ ਤੇ ਦਰ ਗੁਜਾਸ਼ਤ, ਹਲਾਲ ਅਸਤ ਗੁਰਦਨ ਬਾ ਸ਼ਮਸ਼ੀਰ ਦਸਤ। ਭਾਵ ਕਿ ਜਦੋਂ ਸ਼ਾਂਤੀ ਧਾਰ ਕੇ ਕੀਤੀਆਂ ਕੋਸ਼ਿਸ਼ਾਂ, ਅਪੀਲ, ਦਲੀਲ, ਵਕੀਲ, ਹਰ ਹੀਲੇ ਨਾ ਚੱਲਣ, ਜ਼ਾਲਮ ਇੰਨਾ ਤਾਕਤਵਰ ਹੋਏ ਤੇ ਇੰਨਾ ਜ਼ੁਲਮ ਤੇ ਉਤਾਰੂ ਹੋਵੇ ਕਿ ਉਹ ਕਿਸੇ ਦੀ ਨਾ ਸੁਣੇ, ਉਸ ਵੇਲੇ ਤਲਵਾਰ ਪਕੜ ਕੇ ਮਿਆਨ ਚੋਂ ਕੱਢ ਕੇ ਤੇ ਉਸ ਦੇ ਕਬਜ਼ੇ ਨੂੰ ਹੱਥ ਪਾ ਕੇ ਮੋਢੇ ਤੇ ਰੱਖ ਲੈਣੀ, ਜ਼ੁਲਮ ਦਾ ਨਾਸ ਕਰਨ ਵਾਸਤੇ ਤਿਆਰ ਹੋ ਜਾਣਾ, ਇਹ ਜਾਇਜ਼ ਹੈ। ਇਹ ਕਿਸੇ ਤਰ੍ਹਾਂ ਵੀ ਨਜਾਇਜ਼ ਨਹੀਂ। ਕਿਸੇ ਹਕੂਮਤ ਕੋਲੋਂ ਕੋਈ ਮਨਜ਼ੂਰੀ ਲੈਣ ਦੀ ਲੋੜ ਨਹੀਂ ਉਦੋਂ, ਜਦੋਂ ਅੱਤ ਹੋ ਜਾਏ ਜ਼ੁਲਮ ਦੀ। ਔਰ ਇੰਤਹਾ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਨਾਲੋਂ ਇਸ ਸੰਸਾਰ ਦੇ ਵਿੱਚ ਵਧੀਆ ਭਲਾ ਮਾਨਸ ਚੰਗਾ ਇਨਸਾਨ ਕੌਣ ਹੋ ਸਕਦਾ ਸੀ, ਕਿਉਂਕਿ ਉਹਨਾਂ ਦੇ ਉੱਪਰ ਤਸ਼ੱਦਦ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਸਤਿਗੁਰੂ ਜੀ ਨੇ ਜ਼ਬਰ ਦਾ ਟਾਕਰਾ ਸਬਰ ਨਾਲ ਕੀਤਾ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ 2 ਤਰ੍ਹਾਂ ਦੀ ਸ਼ਹਾਦਤ ਦਾ ਸਬਕ ਹੈ, ਇੱਕ ਸ਼ਾਂਤਮਈ ਸ਼ਹਾਦਤ, ਇੱਕ ਜੰਗਜੂ ਸ਼ਹਾਦਤ। ਜੰਗਜੂ ਮੈਦਾਨੇ ਜੰਗ ਜੂਝ ਕੇ ਸ਼ਹਾਦਤ ਦੇਣੀ, ਜਦੋਂ ਆਪਣੇ ਕੋਲ ਬਰਾਬਰ ਦੇ ਹਥਿਆਰ ਨਹੀਂ ਤੇ ਜਰਵਾਣਾ ਤਾਕਤਵਰ ਆ, ਉਦੋਂ ਵੀ ਜਾਨ ਤੇ ਖੇਡ ਜਾਣਾ, ਪਰ ਝੁਕਣਾ ਨਹੀਂ। ਇਹ ਸਤਿਗੁਰਾਂ ਨੇ ਸਬਕ ਪੜਾਇਆ 5ਵੇਂ ਤੇ 9ਵੇਂ ਜਾਮੇ ਸ਼ਾਂਤਮਈ ਸ਼ਹਾਦਤ ਦਾ, 6ਵੇਂ ਤੇ 10ਵੇਂ ਜਾਮੇ ਵਿੱਚ ਜੰਗਜੂ ਸ਼ਹਾਦਤ ਦਾ। ਇਹ 2 ਤਰ੍ਹਾਂ ਦਾ ਸਬਕ ਪੜਾਇਆ ਗਿਆ ਸ਼ਹਾਦਤ ਦਾ। ਔਰ ਗੁਰੂ ਕੇ ਪਿਆਰਿਓ, ਫਿਰ ਸਤਿਗੁਰਾਂ ਨੇ ਇਹ ਵੀ ਪ੍ਰਣ ਲਿਆ, ਜਿਸ ਦਿਨ ਆਪ ਜੀ ਦੀ ਦਸਤਾਰਬੰਦੀ ਹੋਈ ਹੈ ਤੇ ਸਤਿਗੁਰੂ ਮਹਾਰਾਜ ਨੇ ਉਸ ਦਿਨ ਬਾਬਾ ਬੁੱਢਾ ਜੀ ਤੇ ਸਿੱਖ ਸੰਗਤਾਂ ਦੇ ਸਾਹਮਣੇ ਇੱਕ ਪ੍ਰਤਿਗਿਆ ਕੀਤੀ ਕਿ ਬਾਬਾ ਜੀ, ਜਿਸ ਚੰਦੂ ਦੁਸ਼ਟ ਨੇ ਆਪਣੀ ਹਵੇਲੀ 'ਚ ਕੈਦ ਰੱਖ ਕੇ ਆਪਣੀ ਨਜ਼ਰਛਾਨੀ ਦੇ ਅੰਦਰ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ,
ਉਸ ਚੰਦੂ ਨੂੰ ਜੇ ਨੱਕ ਵਿੱਚ ਨਕੇਲ ਪਾ ਕੇ ਅਸੀਂ ਨਾ ਘੁਮਾਇਆ ਤੇ ਛਿੱਤਰ ਮਾਰ ਮਾਰ ਕੇ ਨਾ ਮਰਵਾਇਆ ਤਾਂ ਜਿੰਨੇ ਦੋਸ਼ ਸ਼ਰਾਬੀਆਂ, ਕਬਾਬੀਆਂ, ਵਿਭਚਾਰੀਆਂ, ਵੇਸਵਾਗਾਮੀਆਂ ਨੂੰ ਲੱਗਦੇ ਹਨ ਉਹਨੇ ਦੋਸ਼ ਮੈਨੂੰ ਲੱਗਣ। ਤਾਂ ਉਸ ਵੇਲੇ ਸਿੱਖ ਕੁਝ ਡਰ ਗਏ ਸਨ। ਸਿੱਖਾਂ ਨੇ ਜਾ ਕੇ ਮਾਤ ਗੰਗਾ ਜੀ ਨੂੰ ਕਿਹਾ ਸੀ ਕਿ ਉਹਨਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਤੇ ਆਪ ਜੀ ਦੇ ਸਾਹਿਬਜ਼ਾਦਾ ਜੋ ਅੱਜ ਹੀ ਗੁਰਿਆਈ ਦੇ ਗੱਦੀ ਨਸ਼ੀਨ ਹੋਏ ਹਨ, ਛੋਟੀ ਜੀ ਉਮਰ ਹੈ ਤੇ ਇਹੋ ਜਿਹੇ ਬਚਨ ਕਰਦੇ ਨੇ। ਹਕੂਮਤ ਦੀ CID ਭਾਵ ਉਹਨਾਂ ਦਾ ਗੁਪਤਚਰ ਮਹਿਕਮਾ ਸਭ ਥਾਂ ਮੌਜੂਦ ਹੋਵੇਗਾ। ਜਿਹੜੇ ਲੋਕ ਇੱਥੇ ਇਕੱਤਰ ਹੋਏ ਨੇ, ਕੀ ਪਤਾ ਇਹਨਾਂ ਵਿੱਚੋਂ ਕਿਹੜਾ ਜਸੂਸ ਹੋਵੇ, ਗੁਪਤਚਰ ਹੋਵੇ, ਜਾ ਕੇ ਚੰਦੂ ਨੂੰ ਦੱਸ ਦੇ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਵੀ ਉਹ ਸ਼ਹੀਦ ਕਰ ਦੇਣਗੇ। ਤਾਂ ਉਸ ਵੇਲੇ ਮਾਤਾ ਗੰਗਾ ਜੀ ਆਏ ਤੇ ਬਾਬਾ ਬੁੱਢਾ ਜੀ ਨਾਲ ਗੱਲ ਹੋਈ। ਤਾਂ ਉਸ ਵੇਲੇ ਸਿੱਖਾਂ ਨੂੰ ਸਮਝਾਇਆ ਗਿਆ ਕਿ ਜੋ ਕੁਝ ਕਹਿ ਰਹੇ ਨੇ ਉਹ ਕਰਕੇ ਵਿਖਾਉਣਗੇ, ਇਹ ਡਰਨਗੇ ਨਹੀਂ ਕਿਸੇ ਤੋਂ, ਤੁਸੀਂ ਘਬਰਾਓ ਨਾ, ਇਹਨਾਂ ਦਾ ਵਾਲ ਨਹੀਂ ਵਿੰਗਾ ਹੋਵੇਗਾ। ਔਰ ਗੁਰੂ ਕੇ ਪਿਆਰਿਓ, ਇਹ ਸਤਿਗੁਰੂ ਦੇ ਘਰ ਦੀਆਂ ਐਸੀਆਂ ਗਤੀਵਿਧੀਆਂ ਸ਼ੁਰੂ ਹੋਈਆਂ ਜਿਸ ਵੇਲੇ ਪਹਿਲਾਂ ਪੰਜਵੇਂ ਜਾਮੇ 'ਚ 5 ਪਿਆਲੇ, ਸਤ, ਸੰਤੋਖ, ਦਇਆ, ਧਰਮ ਤੇ ਧੀਰਜ, ਇਹ 5 ਪਿਆਲੇ ਪਿਆਏ ਸਿੱਖਾਂ ਨੂੰ ਪੰਜਾਂ ਸਤਿਗੁਰਾਂ ਨੇ। ਇਹ 5 ਗੁਣਾਂ ਦਾ ਉਪਦੇਸ਼ ਦ੍ਰਿੜ ਕਰਾਇਆ, ਹਿਰਦੇ 'ਚ ਵਸਾਇਆ। ਹੁਣ ਨਾਲ 6ਵਾਂ ਪਿਆਲਾ ਵੀਰ ਰਸ ਦਾ ਚਾਲੂ ਕੀਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ। ਸਿੱਖ ਨੇ ਤਲਵਾਰ ਨਾਲ ਜ਼ੁਲਮ ਨਹੀਂ ਕਰਨਾ, ਪਰ ਜ਼ੁਲਮ ਦੀ ਤਲਵਾਰ ਨੂੰ ਰੋਕਣ ਵਾਸਤੇ ਕਿਰਪਾਨ ਧਾਰਨ ਕਰਨੀ ਆ। ਕਿਰਪਾਨ ਤੇ ਤਲਵਾਰ ਦੇ ਅਰਥਾਂ ਦਾ ਫਰਕ ਹੈ। ਜਦੋਂ ਹਿੰਦੁਸਤਾਨ ਦੇ ਅੰਦਰ 1950 ਦੇ ਵਿੱਚ ਜਿਹੜਾ ਸੰਵਿਧਾਨ ਬਣਿਆ, ਉਸ ਸੰਵਿਧਾਨ ਦੇ ਵਿੱਚ ਬਚਨ ਲਿਖਿਆ ਗਿਆ ਕਿ ਸਿੱਖਾਂ ਨੂੰ ਕਿਰਪਾਨ ਪਾਉਣ ਦੀ ਇਜਾਜ਼ਤ ਹੈ, ਇਹ ਲਿਖਿਆ ਗਿਆ। ਤੇ ਉੱਥੇ ਕੁਝ ਸੱਜਣਾ ਨੇ ਵਿਰੋਧ ਕੀਤਾ ਸੀ ਤੇ ਇਹ ਕੀ ਗੱਲ, ਤਲਵਾਰ ਸਿੱਖਾਂ ਨੂੰ ਪਾਉਣ ਦਾ ਕਿਉਂ ਕੀਤਾ ਗਿਆ, ਕਿਉਂ ਇਹ ਜਾਰੀ ਕੀਤਾ ਗਿਆ ਕਾਨੂੰਨ? ਤਾਂ ਦਾਤ ਦੇਣੀ ਚਾਹੀਦੀ ਹੈ ਚੰਗੇ ਬੰਦਿਆਂ ਦੀ। ਉਸ ਵੇਲੇ ਵੱਲਭ ਭਾਈ ਪਟੇਲ ਨੇ ਗੱਲ ਕਹੀ ਸੀ ਕਿ ਤਲਵਾਰ ਨਹੀਂ ਇੱਥੇ ਲਿਖਿਆ ਜਾ ਰਿਹਾ, ਕਿਰਪਾਨ ਲਿਖਿਆ ਜਾ ਰਿਹਾ। ਤੇ ਸਿੱਖਾਂ ਨੇ ਇਸ ਕਿਰਪਾਨ ਦੇ ਨਾਲ ਜੋ ਕੁਝ ਪਿਛਲੇ ਸਮੇਂ ਦੌਰਾਨ ਕੀਤਾ, ਇਸ ਦੇਸ਼ ਦੀ ਅਸਮਤ ਨੂੰ ਬਚਾਇਆ। ਜੇ ਜਰਵਾਣਿਆਂ ਦੇ ਮੂੰਹ ਖੱਟੇ ਕੀਤੇ, ਦੰਦ ਖੱਟੇ ਕੀਤੇ ਨੇ, ਤਾਂ ਸਿੱਖਾਂ ਦੀ ਕਿਰਪਾਨ ਨੇ। ਇਸ ਕਰਕੇ ਸਿੱਖ ਕਿਰਪਾਨ ਧਾਰਨ ਦੇ ਹੱਕਦਾਰ ਹਨ, ਇਹ ਲਿਖਿਆ ਗਿਆ ਇਸ ਵਾਸਤੇ। ਸੋ ਗੁਰੂ ਕੇ ਪਿਆਰਿਓ, ਇਹੀ ਅੰਤਰ ਹੈ। ਕੋਈ ਚੀਜ਼ ਜਿਵੇਂ ਅੱਗ ਹੈ, ਤੇ ਜੇ ਬਾਂਦਰ ਦੇ ਹੱਥ ਫੜਾ ਦਿਓ ਦੀਆ ਸਲਾਈ, ਅੱਗ ਬਲਦੀ ਹੋਈ, ਤੇ ਹੋ ਸਕਦਾ ਘਰਾਂ ਨੂੰ ਅੱਗ ਲਾ ਕੇ ਸਾੜ ਦੇ। ਪਰ ਜੇ ਉਹੀ ਸਿਆਣੇ ਮਨੁੱਖ ਦੇ ਹੱਥ ਵਿੱਚ ਅੱਗ ਹੈ ਤੇ ਉਹ ਅੱਗ ਦੁਆਰਾ ਲੋਕਾਂ ਨੂੰ ਅੱਗ ਬਾਲ ਕੇ ਸਕਾਵੇਗਾ, ਪਾਲਾ ਦੂਰ ਕਰੇਗਾ, ਪ੍ਰਸ਼ਾਦੇ ਪਕਾਵੇਗਾ, ਸਬਜ਼ੀ ਬਣਾਏਗਾ, ਚੰਗੇ ਕੰਮ ਲਈ, ਸੁੱਖਾਂ ਲਈ ਵਰਤੇਗਾ। ਇਹੀ ਗੱਲ ਹੈ ਕਿ ਜਿਨ੍ਹਾਂ ਦੇ ਅੰਦਰ ਕਾਮ, ਕ੍ਰੋਧ, ਮੋਹ, ਹੰਕਾਰ ਤੇ ਹਕੂਮਤ ਦਾ ਨਸ਼ਾ ਤੇ ਹੋਰ ਅਗਾਂਹ ਹੱਦਾਂ ਵਧਾਉਣ ਦੀ ਲਾਲਸਾ ਹੈ, ਉਹ ਤਲਵਾਰ ਦੇ ਨਾਲ ਜ਼ੁਲਮ ਕਰਨਗੇ। ਪਰ ਜਿਨ੍ਹਾਂ ਦੇ ਅੰਦਰ ਇਹ ਲਾਲਸਾ ਕਿ ਦੁਨੀਆ 'ਚ ਇਨਸਾਨੀਅਤ ਫੈਲੇ, ਕੋਈ ਵੀ ਗਰੀਬ ਗੁਰਬਾ ਆਪਣੇ ਧਰਮ ਨੂੰ ਕਮਾ ਸਕੇ, ਉਹਨੂੰ ਆਰਥਿਕ, ਸਮਾਜਿਕ, ਧਾਰਮਿਕ ਹਰ ਤਰ੍ਹਾਂ ਦੀ ਆਜ਼ਾਦੀ ਹੋਵੇ, ਜਿਹੜਾ ਇਸ ਗੱਲ ਦਾ ਮੁਦਈ ਹੈ ਉਹ ਰੱਬ ਦਾ ਸੰਤ ਤਲਵਾਰ ਨੂੰ ਹੱਥ ਪਾਵੇਗਾ ਤੇ ਉਹ ਕਿਰਪਾਨ ਬਣ ਗਈ। ਕਿਰਪਾ ਜਮਾ ਆਨ, ਮਜ਼ਲੂਮ ਗਰੀਬ ਗੁਰਬੇ ਤੇ ਕਿਰਪਾ, ਨਿਰਦੋਸ਼ ਤੇ ਕਿਰਪਾ, ਤੇ ਆਪਣੀ ਆਣ ਤੇ ਅਣਖ ਨੂੰ ਬਰਕਰਾਰ ਰੱਖਣਾ, ਸਾਂਭ ਕੇ ਰੱਖਣਾ, ਇਹ ਸਤਿਗੁਰੂ ਦੇ ਘਰ ਦਾ ਸਿਧਾਂਤ ਹੈ ਜਿਹੜਾ 6ਵੇਂ ਪਾਤਸ਼ਾਹ ਨੇ ਦ੍ਰਿੜ ਕਰਾਇਆ। ਗੁਰੂ ਕੇ ਪਿਆਰੇ, ਉਸ ਗੁਰੂ ਘਰ ਦੀ ਚੜ੍ਹਤ ਵੇਖ ਕੇ ਜਰਵਾਣਿਆਂ ਨੂੰ ਫਿਕਰ ਪੈ ਗਿਆ, ਖਾਸ ਕਰਕੇ ਚੰਦੂ ਨੂੰ, ਕਿਉਂਕਿ ਉਹਨਾਂ ਸਮਿਆਂ ਵਿੱਚ ਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਿੱਲੀ ਗਏ ਨੇ। ਔਰ ਦਿੱਲੀ ਮਜਨੂ ਕਾ ਟਿੱਲਾ ਗੁਰਦੁਆਰਾ ਸਾਹਿਬ, ਉੱਥੇ ਸਤਿਗੁਰੂ ਜੀ ਠਹਿਰੇ ਹੋਏ ਸਨ। ਜਹਾਂਗੀਰ ਬਾਦਸ਼ਾਹ ਆਪ ਜੀ ਦੇ ਦਰਸ਼ਨਾਂ ਨੂੰ ਆਉਣ ਲੱਗ ਪਿਆ। ਜਿਵੇਂ ਮਿੱਤਰਤਾ ਕਰੀਦੀ ਹੈ, ਇਸ ਤਰ੍ਹਾਂ ਉਹਨੇ ਸਤਿਗੁਰੂ ਦੀ ਚੜ੍ਹਤ ਫਵਤ ਵੇਖੀ, ਸੁਭਾਅ ਵੇਖਿਆ, ਕਰਮ ਵੇਖੇ, ਤੇ ਬਾਦਸ਼ਾਹ ਬਹੁਤ ਪ੍ਰਭਾਵਿਤ ਹੋਇਆ, ਸਤਿਗੁਰਾਂ ਦਾ ਸ਼ਰਧਾਲੂ ਬਣ ਗਿਆ। ਚੰਦੂ ਦੀ ਛਾਤੀ ਧੜਕਣ ਲੱਗੀ ਤੇ ਜੇ ਕਿਤੇ ਬਾਦਸ਼ਾਹ ਨਾਲ ਪੀਡੀ ਮਿੱਤਰਤਾ ਪੈ ਗਈ, ਹੁਣੇ ਪ੍ਰਬੰਧ ਨਾ ਕੀਤਾ ਤੇ ਮੇਰੀ ਖੈਰ ਨਹੀਂ। ਇਹ ਗੁਰੂ ਹਰਗੋਬਿੰਦ ਸਾਹਿਬ ਦੇ ਹਵਾਲੇ ਮੈਨੂੰ ਕਰ ਦੇਗਾ ਬਾਦਸ਼ਾਹ, ਕਿਉਂਕਿ ਬਾਦਸ਼ਾਹ ਕਿਸੇ ਦੇ ਸਕੇ ਨਹੀਂ ਹੁੰਦੇ ਤੇ ਮੈਨੂੰ ਕੋਹ ਕੇ ਮਾਰਨਗੇ। ਇਹਨਾਂ ਨੂੰ ਪਤਾ ਹੈ ਕਿ ਮੈਂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਾਉਣ ਵਿੱਚ ਮੇਰਾ ਹੱਥ ਹੈ। ਇਸ ਕਰਕੇ ਚੰਦੂ ਦੀ ਛਾਤੀ ਧੜਕਣ ਲੱਗੀ। ਔਰ
ਬਾਦਸ਼ਾਹ ਕੰਨਾਂ ਦੇ ਕੱਚੇ ਹੁੰਦੇ ਨੇ। ਚੰਦੂ ਨੇ ਇੱਕ ਵਿਉਂਤ ਬਣਾਈ। ਕੁਝ ਨਜੂਮੀ ਜਿਹੜੇ ਹੁੰਦੇ ਨੇ, ਜੋਤਸ਼ੀ ਲੋਕ, ਉਹਨਾਂ ਨੂੰ ਖਰੀਦਿਆ, ਲਾਲਚ ਦਿੱਤਾ ਕਿ ਤੁਸੀਂ ਬਾਦਸ਼ਾਹ ਦੇ ਕੋਲ ਜਾ ਕੇ ਇਹ ਗੱਲ ਕਹੋ ਕਿ ਤੇਰੇ ਤੇ ਸਾੜ ਸਤੀ ਆਉਣ ਵਾਲੀ। ਔਰ ਇਸ ਤਰ੍ਹਾਂ ਦੱਸਿਆ ਗਿਆ। ਬਾਦਸ਼ਾਹ ਘਬਰਾ ਗਿਆ, ਡਰ ਗਿਆ, ਕਹਿਣ ਲੱਗਾ ਕੋਈ ਉਪਾਅ, ਕੋਈ ਯਤਨ, ਪ੍ਰਬੰਧ। ਕਹਿਣ ਲੱਗੇ ਸੋਢੀ ਬੰਸ ਹੋਵੇ, ਬਹੁਤ ਪੂਜਨੀਕ ਹੋਣ ਦੁਨੀਆ ਦੇ, ਹਰਗੋਬਿੰਦ ਨਾਮ ਹੋਵੇ, ਉਹ ਤੁਹਾਡੇ ਵਾਸਤੇ ਬਰਨੀ ਕਰਨ, 40 ਦਿਨ ਜਾਪ ਕਰਨ, ਕਿਤੇ ਇਕਾਂਤ ਵਿੱਚ ਬੈਠ ਕੇ ਕਿਸੇ ਕਿਲੇ ਵਿੱਚ ਇਕੱਲੇ, ਤੇ ਫਿਰ ਇਹ ਸਾੜ ਸਦੀ ਟਲ ਸਕਦੀ ਹੈ, ਹੋਰ ਕੋਈ ਤਰੀਕਾ ਨਹੀਂ। ਜਦੋਂ ਇੰਜ ਨਜੂਮੀਆਂ ਜੋਤਸ਼ੀਆਂ ਨੇ ਬਾਦਸ਼ਾਹ ਦੇ ਕੰਨਾਂ 'ਚ ਇਹ ਗੱਲ ਪਾਈ, ਬਾਦਸ਼ਾਹ ਕੰਨਾਂ ਦੇ ਕੱਚੇ ਤੇ ਡਰਾਕਲ ਹੁੰਦੇ ਨੇ, ਇਸ ਕਰਕੇ ਜਹਾਂਗੀਰ ਸਤਿਗੁਰਾਂ ਦੇ ਪਾਸ ਮਜਨੂ ਕੇ ਟਿੱਲੇ ਚੱਲ ਕੇ ਆਪ ਆਇਆ ਤੇ ਸਤਿਗੁਰਾਂ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਮਹਾਰਾਜ ਤੁਸੀਂ ਦਇਆ ਮੈਂ ਕਰੋ। ਹਜ਼ੂਰ ਨੇ ਕਿਹਾ ਬੜਾ ਘਬਰਾਇਆ ਹੋਇਆ, ਚਿਹਰਾ ਅੱਜ ਖੁਸ਼ ਨਹੀਂ ਹੈ, ਦੱਸ ਦਿੱਤਾ ਵਿਆਹ ਗਾ। ਤਾਂ ਜਦੋਂ ਸਾਰੀ ਗੱਲ ਦੱਸੀ ਕਿ ਇਹ ਗੱਲ ਦੱਸੀ ਨਜੂਮੀਆਂ ਨੇ, ਤਾਂ ਸਤਿਗੁਰੂ ਹੱਸ ਪਏ, ਮੁਸਕਰਾ ਕੇ ਕਹਿਣ ਲੱਗੇ ਬਾਦਸ਼ਾਹ ਤੇਰੇ ਤੇ ਕੋਈ ਸਾੜ ਸਤੀ ਨਹੀਂ ਆਈ, ਜਿਸ ਦੇ ਉੱਪਰ ਇਹ ਸਾੜ ਸਤੀ ਆਈ ਆ ਹੁਣ ਇਹ ਉਹਨੂੰ ਲੈ ਜਾਏਗੀ, ਨਾਲ ਹੀ ਇਹ ਟਲੇਗੀ ਨਹੀਂ। ਇਹ ਗੁਰੂ ਹਰਗੋਬਿੰਦ ਸਾਹਿਬ ਦੇ ਵਚਨ ਸੀ। ਜਿਸ ਦੇ ਉੱਪਰ ਸਾੜ ਸਤੀ ਆਈ ਹੈ ਇਹ ਟਲੇਗੀ ਨਹੀਂ, ਨਾਲ ਹੀ ਲੈ ਜਾਏਗੀ। ਐਸਾ ਕਿਹਾ ਤਾਂ ਹਜ਼ੂਰ ਕਹਿਣ ਲੱਗੇ ਬਾਦਸ਼ਾਹ ਜੇ ਤੇਰੀ ਇੱਛਾ ਹੈ, ਕਿਉਂਕਿ ਬਾਦਸ਼ਾਹ ਡਰਿਆ ਹੋਇਆ ਸੀ। ਹਜ਼ੂਰ ਕਹਿਣ ਲੱਗੇ ਅਸੀਂ ਜਾਣ ਨੂੰ ਤਿਆਰ ਹਾਂ। ਸਾਰਾ ਇਤਿਹਾਸ ਸਤਿਗੁਰਾਂ ਦਾ ਨਹੀਂ ਮੈਂ ਸੁਣਾ ਰਿਹਾ, ਸਿਰਫ ਇਸ ਘਟਨਾ ਨਾਲ ਸੰਬੰਧਿਤ ਇੰਨਾ ਕੀ ਬੇਨਤੀ ਕਰ ਰਿਹਾ, ਕਿਉਂਕਿ ਬਾਦਸ਼ਾਹ ਦੇ ਨਾਲ ਇਕੱਠੇ ਸ਼ਿਕਾਰ ਵੀ ਸਤਿਗੁਰੂ ਖੇਡਦੇ ਰਹੇ ਨੇ। ਆਗਰੇ ਦੇ ਜੰਗਲਾਂ ਵਿੱਚ ਕਈ ਘਟਨਾਵਾਂ ਹੋਈਆਂ। ਸ਼ੇਰ ਦਾ ਸ਼ਿਕਾਰ ਵੀ ਛੇਵੇਂ ਪਾਤਸ਼ਾਹ ਨੇ ਕੀਤਾ ਬਾਦਸ਼ਾਹ ਦੇ ਸਾਹਮਣੇ। ਇਹਨਾਂ ਗੱਲਾਂ ਦਾ ਜ਼ਿਆਦਾ ਪ੍ਰਭਾਵ ਬਾਦਸ਼ਾਹ ਉੱਪਰ ਪਿਆ ਸੀ। ਗੁਰੂ ਘਰ ਸਿੱਖਾਂ ਸ਼ਰਧਾਲੂਆਂ ਦਾ ਆਉਣਾ, ਬਖਸ਼ਿਸ਼ਾਂ ਹੋਣੀਆਂ ਔਰ ਨਿਰਵੈਰ ਸਤਿਗੁਰੂ, ਇਹਨਾਂ ਗੱਲਾਂ ਦਾ ਪ੍ਰਭਾਵ ਬਾਦਸ਼ਾਹ ਤੇ ਪਿਆ। ਔਰ ਇਸ ਕਰਕੇ ਸਤਿਗੁਰੂ ਮਹਾਰਾਜ ਫਿਰ ਗਵਾਲੀਅਰ ਦੇ ਕਿਲੇ ਵਿੱਚ ਚਲੇ ਗਏ। ਜੋ 40 ਦਿਨ ਦਾ ਸਮਾਂ ਸੀ ਲੰਘ ਗਿਆ ਤੇ ਬਾਦਸ਼ਾਹ ਨੂੰ ਉਲਝਾ ਕੇ ਰੱਖਦਾ ਸੀ ਚੰਦੂ, ਹੋਰਨਾਂ ਅਹਿਲਕਾਰਾਂ ਨੂੰ ਵੱਢੀ ਦੇ ਦੇ ਕੇ, ਉਧਰ ਖਿਆਲ ਹੀ ਨਹੀਂ ਸੀ ਆਉਣ ਦਿੰਦਾ। ਫਿਰ ਆਖਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤਾਂ ਕਿਲੇ ਵਿੱਚ ਸਨ ਤੇ ਜਿਹੜੇ ਸਿੱਖ ਸੀ ਭਾਈ ਜੇਠਾ ਪੁਰਾਣਾ, ਉਹਨਾਂ ਨੂੰ ਹੁਕਮ ਸੀ ਹਜ਼ੂਰ ਦਾ ਕਿ ਕਿਲੇ ਵਿੱਚੋਂ ਅਸੀਂ ਕੁਝ ਨਹੀਂ ਖਾਣਾ, ਇਹਨਾਂ ਦੀ ਰਸਦ ਪਾਣੀ ਨਹੀਂ ਲੈਣੀ, ਬਾਹਰੋਂ ਕੰਮ ਕਰਕੇ ਕਮਾਈ ਕਰਕੇ ਮਾਇਆ ਤੁਸੀਂ ਲਿਆਓ, ਉੱਥੋਂ ਦਾਲ ਸਿੱਧਾ ਲਿਆ ਕੇ ਪ੍ਰਸ਼ਾਦਾ ਛਕਾਓ, ਕੜਾਹ ਪ੍ਰਸ਼ਾਦ ਦੀ ਦੇਗ। ਔਰ ਉੱਥੇ ਦੀਵਾਨ ਸਜਣਾ ਸ਼ੁਰੂ ਹੋਇਆ। ਜਿਹੜੇ ਰਾਜੇ ਸੀ 52 ਕੈਦ ਕਰਕੇ ਰੱਖੇ ਹੋਏ, ਉਹਨਾਂ ਨੂੰ ਸੁੱਖ ਮਹਿਸੂਸ ਹੋਇਆ ਕਿ ਸਾਡੀ ਵੀ ਕੋਈ ਸਾਰ ਲੈਣ ਵਾਲਾ ਆਇਆ। ਇਤਿਹਾਦਕ ਅਸੀਂ ਉਜਾੜ ਵਿੱਚ ਇੱਥੇ ਕਿਲੇ ਵਿੱਚ ਕੈਦ ਸੀ। ਦਰੋਗਾ ਹਰਦਾਸ ਸਤਿਗੁਰਾਂ ਦਾ ਸ਼ਰਧਾਲੂ ਬਣਿਆ, ਹਰੀ ਰਾਮ ਕਰਕੇ ਵੀ ਨਾਮ ਉਸ ਦਾ ਆਇਆ। ਹਰਬੰਸ ਲਾਲ ਦਾ ਉਹ ਬੇਟਾ ਸੀ ਦਰੋਗਾ ਕਿਲੇ ਦਾ। ਔਰ ਇੱਕ ਵਾਰੀ ਚੰਦੂ ਨੇ ਆਪਣੇ ਨਾਲ ਦੇ ਸਾਥੀਆਂ ਰਾਹੀਂ ਜ਼ਹਿਰੀਲੀ ਪੁਸ਼ਾਕ ਵੀ ਭੇਜੀ ਕਿਲੇ ਦੇ ਵਿੱਚ। ਦਰੋਗਾ ਜਿਹੜਾ ਸੀ ਉਹ ਸ਼ਰਧਾਲੂ ਸੀ, ਕਹਿਣ ਲੱਗਾ ਮਹਾਰਾਜ ਇਹ ਭੇਜੀ ਆ ਤੇ ਇਸ ਕਰਕੇ, ਪਰ ਇਹ ਆਪ ਜੀ ਪਹਿਨੇ ਉਹਨਾਂ ਨੂੰ ਜ਼ਹਿਰ ਲੱਗਾ ਹੋਇਆ। ਸਤਿਗੁਰੂ ਜੀ ਕਹਿਣ ਲੱਗੇ ਸਾਨੂੰ ਇਹ ਜ਼ਹਿਰ ਕੁਛ ਨਹੀਂ ਕਹਿੰਦੀ, ਪਰ ਹਜ਼ੂਰ ਨੇ ਫਿਰ ਉਹਦੀ ਬੇਨਤੀ ਮੰਨ ਕੇ ਉਹ ਪੁਸ਼ਾਕ ਨਹੀਂ ਪਹਿਨੀ। ਇਤਿਹਾਦਕ ਕਈ ਉਹਨੇ ਤਰ੍ਹਾਂ ਦੀ ਗੜਬੜ ਕਰਨ ਦਾ ਯਤਨ ਕੀਤਾ, ਪਰ ਆਖਰ ਇੱਧਰ ਬਾਬਾ ਬੁੱਢਾ ਜੀ ਤੇ ਮਾਤਾ ਗੰਗਾ ਜੀ ਜ਼ਿਆਦਾ ਉਦਾਸ ਸਨ। ਬਾਬਾ ਜੀ ਇਹਨਾਂ ਦਿਨਾਂ ਵਿੱਚ ਸਿੱਖ ਸੰਗਤਾਂ ਨੂੰ ਨਾਲ ਲੈ ਕੇ, ਜਿਨ੍ਹਾਂ ਨੂੰ ਕਹਿੰਦੇ ਚੌਂਕੀਆਂ, ਅੱਜ ਵੀ ਜਿਹੜੀਆਂ ਬਾਬੇ ਬੁੱਢੇ ਦੀ ਚੌਂਕੀ ਨਿਕਲਦੀ ਹੈ ਹਰਮੰਦਰ ਸਾਹਿਬ ਦੇ ਪ੍ਰਕਰਮਾਂ 'ਚ, ਬਾਬਾ ਬੁੱਢਾ ਜੀ ਚੌਂਕੀ ਦੇ ਰੂਪ ਵਿੱਚ ਸ਼ਬਦ ਪੜ੍ਹਦੇ ਸਿੱਖ ਸੰਗਤਾਂ ਗਵਾਲੀਅਰ ਤੱਕ ਜਾਂਦੀਆਂ ਰਹੀਆਂ ਤੇ ਕੰਧ ਨੂੰ ਨਮਸਕਾਰ ਕਰਕੇ ਉੱਥੋਂ ਬਾਹਰੋਂ ਹੀ ਸਿੱਖ ਸੰਗਤਾਂ ਮੁੜਦੀਆਂ ਰਹੀਆਂ। ਫਿਰ ਆਖਰ ਮਾਤਾ ਗੰਗਾ ਜੀ ਜ਼ਿਆਦਾ ਉਦਾਸ ਸੀ ਤੇ ਉਦੋਂ ਫਿਰ ਬਾਬਾ ਬੁੱਢਾ ਜੀ ਨਾਲ ਸਿੱਖਾਂ ਨੇ ਸੰਮਤੀ ਕੀਤੀ, ਸਲਾਹ ਕੀਤੀ ਕਿ ਬਾਬਾ ਜੀ ਤੁਸੀਂ ਜੇ ਆਗਿਆ ਦਿਓ ਤੇ ਅਸੀਂ ਕੁਝ ਕਰ ਸਕਦੇ ਹਾਂ। ਬਾਬਾ ਜੀ ਕਹਿਣ ਲੱਗੇ ਕੀ? ਕਹਿਣ ਲੱਗੇ ਅਸੀਂ ਕੁਝ ਰੂਪ ਧਾਰ ਕੇ ਬਾਦਸ਼ਾਹ ਨੂੰ ਡਰਾਉਣੇ ਆ, ਤਾਂ ਫਿਰ ਬਾਦਸ਼ਾਹ ਸਤਿਗੁਰਾਂ ਨੂੰ ਰਿਹਾਈ ਦੇ ਹੁਕਮ ਜਾਰੀ ਕਰ ਦੇਵੇਗਾ। ਤਾਂ ਬਾਬਾ ਜੀ ਨੇ ਫਿਰ ਸਿੱਖਾਂ ਦੀ ਬੇਨਤੀ ਮੰਨ ਕੇ ਹੁਕਮ ਕਰ ਦਿੱਤਾ ਕਿ ਸਤਿਗੁਰਾਂ ਨੂੰ ਅਸੀਂ ਬੇਨਤੀ ਕਰ ਲਵਾਂਗੇ, ਭਾਵੇਂ ਸਤਿਗੁਰੂ ਦੀ ਆਗਿਆ ਨਹੀਂ, ਪਰ ਤੁਸੀਂ ਐਸਾ ਕਰੋ। ਫਿਰ ਜੇਠਾ ਤੇ ਪੁਰਾਣਾ ਸ਼ੇਰਾਂ ਦੇ ਰੂਪ ਧਾਰ ਕੇ ਜਹਾਂਗੀਰ ਦੀ ਛਾਤੀ ਤੇ ਚੜ੍ਹਨ ਲੱਗੇ, ਜਾ ਕੇ ਡਰਨ ਲੱਗਾ ਬਹੁਤ। ਔਰ ਫਿਰ ਉਧਰੋਂ ਸਾਈਂ ਮੀਆਂ ਮੀਰ ਜੀ ਪਹੁੰਚ ਗਏ ਬਾਦਸ਼ਾਹ ਦੇ ਪਾਸ, ਤੇ ਬਾਦਸ਼ਾਹ ਦੀ ਹਾਲਤ ਮਾੜੀ ਵੇਖ ਕੇ ਫਿਰ ਦੱਸਿਆ ਕਿ ਜੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਤੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਹੋਇਆ, ਇਸ ਕਰਕੇ ਤੂੰ ਦੁਖੀ ਆ ਤੇ ਪਤਾ ਨਹੀਂ ਹੋਰ ਕਿੰਨੇ ਕੁ ਦੁੱਖ ਕਸ਼ਟ ਸੀ ਇਹ ਤੈਨੂੰ ਮਿਲਣ, ਇਹ ਜਿਹੜੇ ਸ਼ੇਰ ਤੈਨੂੰ ਰਾਤ ਨੂੰ ਡਰਾਉਂਦੇ ਨੇ। ਤੇ ਫਿਰ ਇਸ ਪ੍ਰਕਾਰ ਉਹਨੂੰ ਚੇਤਾ ਕਰਾਇਆ ਤੇ ਉਸ ਨੇ ਸਤਿਗੁਰਾਂ ਦੀ ਰਿਹਾਈ ਦੇ ਹੁਕਮ ਜਾਰੀ ਕੀਤੇ।
ਜਦੋਂ ਸਤਿਗੁਰਾਂ ਕੋਲ ਸੁਨੇਹਾ ਪੁੱਜਾ ਤਾਂ ਹਜ਼ੂਰ ਕਹਿਣ ਲੱਗੇ ਅਸੀਂ ਇੰਜ ਨਹੀਂ ਜਾਣਾ, ਕਿਉਂਕਿ ਰਾਜੇ ਸ਼ਰਨ ਪੈ ਗਏ ਸੀ ਕਿ ਮਹਾਰਾਜ ਤੁਸੀਂ ਚਲੇ ਗਏ ਤੇ ਸਾਡਾ ਰਖਵਾਲਾ ਕੋਈ ਨਹੀਂ। ਇਹ ਪਹਾੜੀ ਰਾਜੇ ਜਿਹੜੇ ਹੋਏ ਨੇ 22 ਧਾਰ ਦੇ, ਉਹਨਾਂ ਦੇ ਵੱਡੇ ਵਡੇਰੇ ਸਨ, ਰਾਜਪੂਤ ਰਾਜੇ ਸੀ ਕਿ ਮਹਾਰਾਜ ਸਾਨੂੰ ਜਿੱਤ ਕੇ ਬਾਦਸ਼ਾਹ ਨੇ ਇੱਥੇ ਕੈਦ ਕੀਤਾ, ਥੰਮਾਂ ਦੇ ਨਾਲ ਬੰਨਿਆ ਹੁੰਦਾ ਸੀ ਤੇ ਕਦੇ ਕਦਾਈ ਕਿਤੇ ਉਹਨਾਂ ਦਾ ਇਸ਼ਨਾਨ ਹੁੰਦਾ ਸੀ, ਰੋਟੀ ਰਜਵੀ ਨਹੀਂ ਸੀ ਮਿਲਦੀ, ਬੜੇ ਦੁਖੀ ਸਨ। ਉਹ ਸ਼ਰਨ ਪਏ ਸੀ ਸਤਿਗੁਰਾਂ ਦੀ। ਤਾਂ ਹਜ਼ੂਰ ਨੇ ਕਿਹਾ ਫਿਰ ਕਿ 50 ਕਲੀਆਂ ਵਾਲਾ, ਹਜ਼ੂਰ ਨੇ ਕਿਹਾ ਇਹਨਾਂ ਨੂੰ ਰਿਹਾ ਕੀਤਾ ਜਾਏ। ਬਾਦਸ਼ਾਹ ਨੇ ਕਿਹਾ ਵੀ ਜਿੰਨੇ ਤੁਹਾਡੇ ਚੋਲੇ ਦੇ ਦਾਮਨ ਪਕੜ ਕੇ ਬਾਹਰ ਆ ਸਕਦੇ ਨੇ ਉਨੇ ਬਾਹਰ ਕੱਢ ਲਓ। ਫਿਰ ਉਹ ਚੋਲਾ 50 ਕਲੀਆਂ ਵਾਲਾ, ਅਸਲ ਵਿੱਚ ਭਾਵੇਂ 52 ਕਿਹਾ ਜਾਂਦਾ, ਨਹੀਂ 50 ਕਲੀਆਂ ਹਨ। ਤੇ ਜਿਹੜੀਆਂ ਹਜ਼ੂਰ ਦੇ ਕਮਰ ਕੱਸੇ ਦੀਆਂ 2 ਡੋਰਾਂ ਸੀ ਦੋਵੇਂ ਪਾਸੀਂ, 2 ਉਹਨਾਂ ਰਾਜਿਆਂ ਫੜੀਆਂ ਤੇ 50 ਕਲੀਆਂ ਵਾਲਾ ਚੋਲਾ ਉਹ ਅੱਜ ਵੀ ਘੁਡਾਣੀ ਕਲਾਂ ਪਿੰਡ ਮਾਲ ਵਿੱਚ, ਉੱਥੇ ਦਾਸ ਨੇ ਦਰਸ਼ਨ ਕੀਤੇ ਨੇ। ਉਹ ਚੋਲਾ ਪਹਿਨ ਕੇ ਸਤਿਗੁਰਾਂ ਨੇ ਸਪੈਸ਼ਲ ਤੌਰ ਤੇ ਉਹ 52 ਦੇ 52 ਰਾਜੇ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰਾਏ। ਤੇ ਇਹ ਸਮਾਂ ਸੀ 1676 ਦੇ ਕੱਤਕ ਮਹੀਨੇ ਦੀ, ਜਿਹੜਾ ਵਧੀ ਪੱਖ ਹੈ ਚੰਦਰਮਾ ਦੇ ਲਿਹਾਜ਼ ਨਾਲ ਜਿਹੜੇ ਮਹੀਨੇ ਨੇ ਉਹਨਾਂ ਵਿੱਚੋਂ ਵਧੀ ਪੱਖ ਤੇ ਸੁਦੀ ਪੱਖ ਹੁੰਦਾ, ਹਨੇਰ ਪੱਖ ਤੇ ਚਾਨਣ ਪੱਖ। ਇਹ 14 ਦਾ ਦਿਨ ਸੀ। ਤੁਹਾਨੂੰ ਪਤਾ ਕਈ ਵਾਰੀ ਦੀਵਾਲੀ ਆਉਂਦੀ ਹੈ ਮੱਸਿਆ ਵਾਲੇ ਦਿਨ, ਕਈ ਵਾਰੀ ਇੱਕ ਅੱਧੇ ਦਿਨ ਦਾ ਫਰਕ ਹੁੰਦਾ। ਇਹ 14 ਦਾ ਦਿਨ ਸੀ, ਮੱਸਿਆ ਤੋਂ ਇੱਕ ਦਿਨ ਪਹਿਲਾਂ। ਔਰ ਭੱਟ ਵਹੀ ਜਾਦਵ ਬੰਸੀ ਦੇ ਵਿੱਚ ਇਹ ਬਚਨ ਲਿਖੇ ਹੋਏ ਨੇ। ਪੁਰਾਣੇ ਸਮੇਂ ਦੇ ਇਤਿਹਾਸ ਨੂੰ ਸਿੱਧ ਕਰਨ ਲਈ, ਤਰੀਕਾ ਲੱਭਣ ਲਈ, ਘਟਨਾਵਾਂ ਨੂੰ ਲੱਭਣ ਵਾਸਤੇ ਜਿਹੜੀਆਂ ਭੱਟ ਵਹੀਆਂ ਬਹੁਤ ਕੰਮ ਦਿੰਦੀਆਂ ਨੇ। ਪੁਰਾਣੇ ਸਮੇਂ ਦੀ, ਉਸ ਸਮੇਂ ਦੀ ਭੱਟ ਵਹੀ ਲਿਖੀ ਹੋਈ, ਉਹਦੇ 'ਚ ਲਿਖਿਆ ਹੋਇਆ ਸ਼੍ਰੀ ਗੁਰੂ ਹਰਗੋਬਿੰਦ ਜੀ बेटा गुरु अर्जन देव जी का सोढ़ी वंश और चक गुरु का परगना निज हराला, जिहड़ा अमृतसर का सारा इलाका परगना सी, इहनूं निज हराला कहंदे सी। जिहड़ा शहर है नाम सी चक गुरु का, चक रामदास, फिर बाद विच अमृतसर साहब सरोवर के नाम ते पिया। और चक गुरु का बेटा अर्जन जी का सोढ़ी वंश खत्री सम्मत 1676 कत्तक मासे 14 के देहों 52 राजियों के गैल ग्वालियर के किले से बंधन मुक्त हुए और दरोगा हरिराम और पुत्र हरवंश लाल का जादव बंसी बहतरीन उनके गृह में आए निवास किया। दरोगा हरिराम ने दीपमाला की, सदगुरु के बंधन मुक्त होने की खुशी में दीपमाला की। एक दिन और एक रात उसके गृह में निवास कर सदगुरु जी ने आगरे आए निवास किया। ग्वालियर तो बाद सदगुरु महाराज फिर आगरे आन के रहे। फिर बाबा बुढ़ा जी आदक जिन्हें जेड़े मजनू के टिले तो गुरु घर के घोड़े लैके वापस अमृतसर साहब आ गए सी। फिर अगों दी जाके मिले और जिस वेले बादशाह नाल मिलाप होया तो बादशाह ने सतगुरु के हस्त कमलों की माला मंगी कि महाराज आ जी तुहाडे कोल माया इहदा एक मणका मैनूं दे दे, मैं अपनी माला का मेरू मणका बना के रखांगा। तो सतगुरु कहन लगे बादशाह इसे तरह की हू बहू बड़ी सुंदर माला तेरे दीवान चंदू के घर च है, वड्डे सतगुरां दे श्री गुरु अर्जन देव जी की। इस तरह बादशाह के कन्नां 'च गल पाई। तो हजूर ने कहा जो गुरु अर्जन देव जी को शहीद किया गया ये कोल उदों की माला। तो फिर चंदू पकड़िया, कहन लगा जी तुहाडा दोषी है, इनू पकड़ लो, हुण जो करना करो। तो फिर उस वेले चंदू नूं गिरफ्तार करके ते छित्र मारन लगे सिख फिर, और बड़ी बुरी हालत करते रहे। तो यह भी ख्याल रखते रहे कि इस बुरी हालत में गुरु हरगोबिंद साहब के सामने नहीं लैके जाना, क्योंकि सतगुरु दयालु कृपालू उन्होंने तरले किए तो सतगुरां छड़ा देना। और मरन नहीं सी देंदे ते हट्टियां दुकानां ते उहदे कोलों पैसे मंगाए। अमृतसर साहब लिया के भी इत्थे भी बाबा बुढ़ा जी ने दीपमाला की सी, ते फिर इत्थे लिया के अमृतसर साहब दुकानां दे उपरों उहनूं बराटका कौडियां मंगाइयां, मंगाया, उहदे कोल भीख मंगाई। फिर लाहौर ले जाया गया, उत्थे भी भीख मंगाई गई। तो फिर जिस पड़पूंजे के कोलों चंदू ने गुरु अर्जन देव जी के पवित्र सीस में तत्ता रेता पवाया सी, जदों उहदे सामने गया तो उसनूं बड़ा गुस्सा सी। उन्हें वीर रस विच आके जिहड़ा अपना कड़छा सी रेत वाला इहदी छाती च मारे। जदों छाती के दसार पर लंघिया तो उदों चंदू की मौत हुई लाहौर विखे। इस तरह श्री गुरु हरगोबिंद साहब महाराज का नाम जुड़ गया बंदी छोड़। और गुरु के प्यारे
ਇਸ ਪ੍ਰਕਾਰ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬੰਦੀ ਛੋੜ ਅਖਵਾਏ ਔਰ ਇਸ ਤਰ੍ਹਾਂ 52 ਰਾਜਿਆਂ ਨੂੰ ਕੈਦ ਵਿੱਚੋਂ ਰਿਹਾ ਕਰਾਇਆ। ਇੱਕ ਛੋਟੀ ਜਿਹੀ ਬੇਨਤੀ ਅਖੀਰ ਵਿੱਚ ਕਿ ਜਿਹੜਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਆਪਾਂ ਇੱਕ ਪੌੜੀ ਗਾਇਨ ਕਰਦੇ ਹਾਂ, ਰਾਗੀ ਸਿੰਘ ਆਮ। ਦੀਵਾਲੀ ਦੀ ਰਾਤ ਦੀਵੇ ਬਾਲੀਅਨ, ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਅਨ, ਤਾਰੇ ਜਾਤ ਸਨਾਤ ਅੰਬਰ ਭਾਲੀਅਨ, ਤੀਰਥ ਜਾਤੀ ਜਾਤ ਨਦਰ ਨਿਹਾਲਿਅਨ, ਹਰ ਚੰਦੌਰੀ ਝਾਤ ਪਵਾਏ ਵਸਾਏ ਉਚਾਲੀਅਨ, ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲੀਅਨ। ਇਸ ਪੌੜੀ ਤੋਂ ਇਹ ਉਪਦੇਸ਼ ਨਹੀਂ ਭਾਈ ਗੁਰਦਾਸ ਜੀ ਦੇ ਰਹੇ ਕਿ ਸਿਰਫ ਸਿੱਖਾਂ ਨੇ ਦੀਵੇ ਬਾਲਣ ਤੱਕ ਰਹਿਣਾ, ਵੀ ਦੀਵਾਲੀ ਦੀ ਰਾਤ ਹੈ ਤੇ ਦੀਵੇ ਜਗਾਉਣੇ ਬੜੇ ਜ਼ਰੂਰੀ ਨੇ। ਨਹੀਂ, ਇੱਥੇ ਤੱਕ ਸੀਮਤ ਨਹੀਂ ਰਹਿਣਾ। ਭਾਈ ਗੁਰਦਾਸ ਜੀ ਦ੍ਰਿਸ਼ਟਾਂਤ ਦੇ ਰਹੇ ਕਿ ਜਿਸ ਤਰ੍ਹਾਂ ਲੋਕ ਦੀਵਾਲੀ ਦੀਪਾਵਲੀ ਦੀ ਰਾਤ ਨੂੰ ਦੀਵੇ ਬਾਲਦੇ ਨੇ, ਪਰ ਦਿਨ ਚੜ੍ਹਨ ਤੱਕ ਉਹ ਦੀਵੇ ਬੁੱਝ ਜਾਂਦੇ। ਘਿਓ ਜਾਂ ਤੇਲ ਜਿਹੜਾ ਉਹਨਾਂ 'ਚ ਪਾਇਆ ਹੁੰਦਾ ਜਾਂ ਮੋਮ ਜੋ ਵੀ ਉਹ ਖਤਮ ਹੋ ਜਾਂਦੀ ਹੈ, ਫਿਰ ਕੋਈ ਦੀਵਾ ਦਿਨੇ ਦਿਖਾਈ ਨਹੀਂ ਦਿੰਦਾ, ਸਾਫ਼ ਕਰਨੇ ਪੈਂਦੇ ਨੇ। ਫਿਰ ਭਾਈ ਗੁਰਦਾਸ ਜੀ ਕਹਿੰਦੇ ਨੇ ਜੋ ਫੁੱਲਾਂ ਦੀ ਬਗਾਤ ਹੈ, ਫੁੱਲ ਖਿੜੇ ਹੋਏ ਬੜੇ ਸੁੰਦਰ ਲੋਕਾਂ ਨੂੰ ਲੱਗਦੇ ਨੇ, ਪਰ ਫੁੱਲ ਦੀ ਜ਼ਿੰਦਗੀ ਬਹੁਤੀ ਲੰਬੀ ਨਹੀਂ ਹੁੰਦੀ, ਛੇਤੀ ਮੁਰਝਾ ਜਾਂਦੇ, ਝੜ ਜਾਂਦੇ ਨੇ। ਫਿਰ ਕਹਿੰਦੇ ਤੀਰਥ ਸਥਾਨਾਂ ਤੇ ਲੋਕ ਜਾਂਦੇ ਨੇ ਯਾਤਰੀ, ਤੇ ਮੇਲਾ ਖਤਮ ਹੁੰਦਾ ਤੇ ਉੱਥੇ ਉਜਾੜ ਪੈ ਜਾਂਦੀ ਹੈ, ਉੱਥੇ ਰੌਣਕਾਂ ਨਹੀਂ ਰਹਿੰਦੀਆਂ। ਫਿਰ ਭਾਈ ਗੁਰਦਾਸ ਜੀ ਕਹਿੰਦੇ ਨੇ ਬੜੇ ਛੋਟੇ ਵੱਡੇ ਤਾਰੇ ਅਸਮਾਨ ਤੇ ਰਾਤ ਨੂੰ ਦਿਖਾਈ ਦਿੰਦੇ ਨੇ, ਪਰ ਸੂਰਜ ਚੜ੍ਹਦਿਆਂ ਹੀ ਤਾਰੇ ਅਲੋਪ ਹੋ ਜਾਂਦੇ ਨੇ। ਫਿਰ ਭਾਈ ਜੀ ਕਹਿੰਦੇ ਨੇ ਕਿ ਇੱਕ ਹਰ ਚੰਦੌਰੀ ਹਰੀ ਚੰਦ ਦੀ ਨਗਰੀ ਲੋਕਾਂ ਨੇ ਕਲਪਿਤ ਕੀਤੀ ਆ। ਬੱਦਲ ਜੇ ਇਕੱਠੇ ਹੋਣ ਤੇ ਫਿਰ ਉਹ ਵੀ ਖਤਮ ਹੋ ਜਾਂਦੇ ਨੇ, ਕਿਉਂਕਿ ਉੱਥੇ ਵਾਸਾ ਕਦੇ ਕਿਸੇ ਨੇ ਨਹੀਂ ਕੀਤਾ। ਉਹ ਕੋਈ ਹਰੀ ਚੰਦ ਦੀ ਨਗਰੀ ਹੈ ਨਹੀਂ, ਕਲਪਿਤ ਹੈ। ਇਹ ਦ੍ਰਿਸ਼ਟਾਂਤ ਪ੍ਰਮਾਣ ਦੇ ਕੇ ਭਾਈ ਸਾਹਿਬ ਜੀ ਕਹਿੰਦੇ ਨੇ ਗੁਰਮੁਖੋ ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲੀਅਨ। ਜਿਹੜੇ ਗੁਰੂ ਦੇ ਸਿੱਖ ਨੇ, ਗੁਰੂ ਦੇ ਸਨਮੁਖ ਹੋਣ ਵਾਲੇ, ਉਹਨਾਂ ਨੂੰ ਆਤਮਿਕ ਸੁਖ ਦੀ ਫਲ ਦੀ ਦਾਤ ਪ੍ਰਾਪਤ ਹੁੰਦੀ ਆ ਜਿਹੜੇ ਗੁਰੂ ਦੇ ਸ਼ਬਦ ਨਾਲ ਜੁੜਦੇ ਨੇ। ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲੀਅਨ, ਜਿਹੜੇ ਗੁਰੂ ਦੇ ਸ਼ਬਦ ਨੂੰ ਚੇਤੇ ਹਿਰਦੇ 'ਚ ਵਸਾ ਕੇ ਰੱਖਦੇ ਨੇ। ਇਹ ਚੇਤਾ ਰੱਖਣਾ ਕਿ ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਅੰਦਰ ਕੋਟ ਸੂਰ ਨਾਨਕ ਉਜਿਆਰਾ, ਕਰੋੜਾਂ ਸੂਰਜਾਂ ਵਰਗਾ ਚਾਨਣ ਚੜ੍ਹੇ। ਇਸ ਇੱਛਾ ਨੂੰ ਰੱਖ ਕੇ ਚਲੀਏ ਕਿ ਸਾਡੇ ਅੰਦਰ ਵੀ ਗੁਰੂ ਦੇ ਸ਼ਬਦ ਦਾ ਦੀਵਾ ਜਗੇ। ਮਨ ਜਿਹੜਾ ਹੈ ਵਾਹਿਗੁਰੂ ਦੇ ਨਾਮ ਵਿੱਚ ਪਤੀਜੇ, ਗੁਰੂ ਦੇ ਸ਼ਬਦ ਦਾ ਜੋ ਗਿਆਨ ਹੈ ਉਸ ਨੂੰ ਅੰਗੀਕਾਰ ਕਰੇ, ਅੰਦਰ ਵਸਾਏ, ਤੇ ਤਾਂ ਕਲਿਆਣ ਹੈ। ਇੱਕ ਵਾਰੀ ਬਚਨ ਯਾਦ ਆਇਆ ਵੀ ਦਮਦਮੀ ਟਕਸਾਲ ਦੇ ਇੱਕ ਮੁੱਖ ਸੇਵਾਦਾਰ ਸਨ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲੇ, ਤੇ ਉਹ ਪਾਕਿਸਤਾਨ ਦੇ ਗੁਜਰਾਤ ਦੇ ਇਲਾਕੇ 'ਚ ਪਿੰਡ ਹੈ ਚੁਪਾਲਾ, ਉੱਥੇ ਰਿਹਾ ਕਰਦੇ ਸਨ। ਔਰ ਉਹ ਛੋਟੀ ਜੀ ਝੁੱਗੀ ਬਣ ਕੇ ਰਹਿੰਦੇ ਸਨ ਅਤੇ ਸਾਲ ਵਿੱਚੋਂ ਕੁਝ ਮਹੀਨੇ 24 ਘੰਟਿਆਂ 'ਚੋਂ 23 ਘੰਟੇ ਸਿਮਰਨ ਕਰਦੇ ਸੀ, ਬੈਠ ਕੇ ਚੌਂਕੜਾ ਲਾ ਕੇ। 1 ਘੰਟਾ ਕੇਵਲ ਬਰਾਜਦੇ ਸਨ, ਸਿਰਫ 1 ਘੰਟਾ। ਤੇ ਜਦੋਂ ਕੁਝ ਮਹੀਨੇ ਉਹ ਕਥਾ ਕਰਦੇ ਸਨ, 3 ਘੰਟੇ ਸਵੇਰ ਵੇਲੇ ਕਥਾ ਕਰਦੇ ਸੀ। ਜਦੋਂ ਕਥਾ ਕਰਨ ਲਈ ਆਉਂਦੇ ਸਨ ਤੇ ਜੇ ਕੋਈ ਗੱਲਾਂ ਬਾਤਾਂ ਕਰਦਾ ਹੁੰਦਾ ਸੀ, ਸਿੱਖ ਸੇਵਕ ਤੇ ਉੱਥੋਂ ਵੇਖ ਕੇ ਮੁੜ ਜਾਂਦੇ ਸੀ। ਮਸਾਂ ਤਰਲੇ ਕਰ ਕਰਕੇ ਸੰਗਤ ਮਨਾ ਕੇ ਲਿਆਉਂਦੀ ਸੀ। ਉਹ ਕਹਿੰਦੇ ਸੀ ਜੋ ਗੁਰੂ ਘਰ ਆ ਕੇ ਗੱਲਾਂ ਕਰਨ, ਰੌਲਾ ਪਾਉਣ, ਉਹ ਕਥਾ ਸੁਣਨ ਦੇ ਅਧਿਕਾਰੀ ਨਹੀਂ। ਇਸ ਪ੍ਰਕਾਰ ਦੇ ਸਨ ਉਹ। ਤੇ ਉਹ ਆਪਣੀ ਝੁੱਗੀ 'ਚ ਬੈਠੇ ਹੋਏ ਸਿਮਰਨ ਵਿੱਚ ਜੁੜੇ ਹੋਏ ਸਨ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਸੀ। ਸਿੱਖ ਸੰਗਤਾਂ ਨੇ ਗੁਰਦੁਆਰਾ ਸਾਹਿਬ ਬੜਾ ਸਜਾਇਆ, ਦੀਪਮਾਲਾ ਕੀਤੀ। ਅੰਦਰ ਜਾ ਕੇ ਉਹਨਾਂ ਨੂੰ ਬੇਨਤੀ ਕੀਤੀ, ਮਹਾਂਪੁਰਖੋ ਬਾਹਰ ਨਿਕਲ ਕੇ ਵੇਖੋ, ਅਸੀਂ ਸਜਾਵਟ ਕੀਤੀ ਹੈ, ਦੀਪਮਾਲਾ ਕੀਤੀ ਹੈ। ਥੋੜਾ ਚਿਹਰਾ ਉੱਪਰ ਚੱਕ ਕੇ ਕਹਿਣ ਲੱਗੇ, ਸਿੰਘੋ ਕਈ ਸਾਲ ਹੋ ਗਏ ਹਨ ਅਸੀਂ ਇਸ ਝੌਂਪੜੀ ਦੀ ਛੱਤ ਵੱਲ ਨਹੀਂ ਕਦੇ ਵੇਖਿਆ। ਸਾਡਾ ਖਿਆਲ ਕਦੇ ਸੂਰਜ ਚੰਦਰਮਾ ਤਾਰਿਆਂ ਵੱਲ ਵੀ ਨਹੀਂ ਗਿਆ। ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕਰਕੇ ਸਾਡੇ ਅੰਦਰ ਹੀ ਇੱਕ ਐਸਾ ਦੀਵਾ ਪ੍ਰਕਾਸ਼ਿਤ ਕੀਤਾ ਹੈ, ਚਾਨਣ ਕੀਤਾ ਹੋਇਆ, ਜਿਸ ਦੇ ਸਾਹਮਣੇ ਸਾਰੇ ਦੀਵੇ ਸੂਰਜ ਚੰਦਰਮਾ ਤਾਰੇ ਫਿੱਕੇ ਹਨ। ਉਸ ਦੀਵੇ ਦੇ ਪ੍ਰਕਾਸ਼ ਵਿੱਚ ਅਸੀਂ 10 ਸਤਿਗੁਰਾਂ ਦੇ ਦਰਸ਼ਨਾਂ ਵਿੱਚ ਜੁੜੇ ਰਹਿੰਦੇ ਹਾਂ। ਉਹ ਐਡਾ ਆਨੰਦ ਛੱਡ ਕੇ ਬ੍ਰਹਮ ਗਿਆਨ ਦਾ, ਪਰਮਾਨੰਦ ਦਾ ਬਾਹਰਲੇ ਦੀਵੇ ਕੌਣ ਵੇਖੇਗਾ। ਸੋ ਇਸ ਵਾਸਤੇ ਠੀਕ ਤੁਸਾਂ ਚੰਗਾ ਕੰਮ ਕੀਤਾ, ਪ੍ਰਗਟਾਵਾ ਕੀਤਾ ਕਿ ਅੱਜ ਸਾਡੇ ਸਤਿਗੁਰੂ
त्रिलोकी नाथ दा प्रकाश दिहाड़ा आगमन दिवस है, चंगी गल है, खुशी दे सह ते काम कीता है। पर इन्हां ये जिहड़े दीवे हन, ख्याल करो ये घिओ तेल मुक्कण नाल जां हवा चलण नाल बुझ जांदे हन। जिहड़ा अंदरला दीवा डोला वा वो ना वड्डा होए, हवा 'च डोलदा नहीं ते वो बुझदा नहीं। वड्डा होण तो मतलब है कहंदे दीवा वड्डा कर दिओ, मतलब बुझदा नहीं। हजूर ने कहा है कि यह हवा 'च डोलदा नहीं, किसी तरह की वाशना की पाउण आउण ते भी डोलदा नहीं। जे दीवा जग पे अंदर तो ना ये बुझदा है। इस करके इस कोशिश विच लगो, इन्ना अभ्यास करो गुरु के शब्द का कि अंदर दीवा जग पे, शब्द अंदर वस गया तो इन्ना प्रकाश चानण हो जाएगा, करोड़ों सूरजां का प्रकाश भी उहदे सामने फिका है। इस प्रकार का उपदेश भाई गुरदास जी दियां वारां विच जिहड़ी पौड़ी उत्थों भी मिलता है। और धन गुरु हरगोबिंद साहब महाराज बंदी छोड़ खवाए, राजियां नूं भी कैद चों कढ़ाया, ते जिथे इस दुनिया विचों प्रतख रूज सतगुरां ने राजे बंदी खाने चों कढ़ाए, उत्थे सतगुरु अगले जहान विच भी बंदी खाने तो छुड़ाउण वाले हन। तां ही कि सतगुर बंदी छोड़ है, जीवन मुक्त करै उडीना। जिहड़े उदास हो गए होण, सब पासियां तो निराश हो गए होण, उन्हां नूं सतगुरु जी विधि चंद, कदे चोर सी चोर विधि चंद, और किथे बन गया विधि चंद शीना गुरु का सीना। ये सतगुरु के घर की करामात है, ये सतगुरु की अजमत है, परम सता है सतगुरां दे कोल, जिस दे आसरे सतगुरु महाराज ने बेअंत लोगों की कल्याण जदों 10 जामे धारे उदों कीती, ते अज भी श्री गुरु ग्रंथ साहब के रूप विच संसार की कल्याण लई बैठे ने। जो अधिकारी बनता है जिस दात का, उन्होंने इत्थों दात मिलती है। गुरमुख सुख फल दात शब्द समालीन, ये दात गुरमुखां नूं मिलती है। बाकी असी संसारी जो जो दातां मंगते हैं, जिन्नी जिन्नी भावना, जिहो जी कामना, वो सतगुरु जी पूरी कर रहे हैं। इन्नियां बेनतियां प्रवान करनियां। ये 1676 के कत्तक महीने 14 वाले दिन गुरु हरगोबिंद साहब महाराज रिहा होए सी राजियां समेत। 1676 बिक्रमी ते 1619 सन ईसवी सी उदों जदों हजूर ने ये बंदी छोड़ का लखब प्राप्त किया है। सिख संगतां ने भाव शरधा नाल भावना नाल गुरु हरगोबिंद साहब महाराज नूं बंदी छोड़ कहना शुरू किया। भुल्लां चुकां होईयां सतगुरु महाराज त्याग गुरु की संगत ने क्षमा करनियां। आप जी का इस गुरपुरब के समय हाजरियां भरन का अवसर मौका समा सतगुरु जी सफला करन, सबनां नूं निवाजण, सबनां नूं खुशियां खेड़े बख्शिश करन, अपने चरनां दा प्यार बख्शिश करन। देहो सज्जण सीसड़ियां जो होवे साहिब सुमेल। वाहिगुरु जी का खालसा, वाहिगुरु जी की फतेह।